हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਦੇ ਲਈ ਜਿਹੜੇ ਕਿ ਹਿਸਟਰੀ ਦਾ ਟੌਪਿਕ ਲੈ ਕੇ ਆਏ ਆ, ਜੈਨ ਧਰਮ ਦੀਆਂ ਸਿੱਖਿਆਵਾਂ ਤੇ ਬੁੱਧ ਧਰਮ ਦੀਆਂ ਸਿੱਖਿਆਵਾਂ। ਤੇ ਸਟੂਡੈਂਟਸ ਇਹ ਵਾਲੀ ਵੀਡੀਓ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਟੂਡੈਂਟਸ ਦੇ ਤਿੰਨੋਂ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਲਈ ਇਹ ਵੀਡੀਓ ਆ, ਠੀਕ ਹੈ। ਇਸ ਦੇ ਵਿੱਚ ਆਪਾਂ ਵਰਧਮਾਨ ਮਹਾਵੀਰ ਦੀਆਂ ਸਿੱਖਿਆਵਾਂ, ਜਿਹਨੂੰ ਜੈਨ ਧਰਮ ਦੇ ਸਿਧਾਂਤ ਵੀ ਕਿਹਾ ਜਾਂਦਾ, ਠੀਕ ਹੈ, ਇਹ ਕਰਾਂਗੇ ਤੇ ਬੁੱਧ ਧਰਮ ਦੇ ਸਿਧਾਂਤ ਤੇ ਸਿੱਖਿਆਵਾਂ ਉਹ ਕਰਾਂਗੇ। ਤੇ ਸਟੂਡੈਂਟਸ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ ਯਾਦ ਹੋਣਾ ਚਾਹੀਦਾ ਵੀ ਕਿ ਮਹਾਤਮਾ ਬੁੱਧ ਕੌਣ ਸੀ, ਠੀਕ ਹੈ, ਤੇ ਵਰਧਮਾਨ ਮਹਾਵੀਰ ਕੌਣ ਸੀ, ਕਿਉਂਕਿ ਸ਼ਾਰਟ ਕੁਐਸਚਨ ਵੀ ਤੁਹਾਡੇ ਕਵਰ ਹੋ ਜਾਣੇ, ਮੈਂ ਤੁਹਾਨੂੰ ਦੱਸਦੀ ਹਾਂ। ਹਾਂਜੀ, ਆਪਾਂ ਵਰਧਮਾਨ ਮਹਾਵੀਰ ਦੇ ਸਿੱਖਿਆਵਾਂ ਕਰਾਂਗੇ। ਵਰਧਮਾਨ ਮਹਾਵੀਰ ਜਿਹੜੇ ਕਿ ਜੈਨ ਧਰਮ ਦੇ ਮੋਢੀ ਮੰਨੇ ਜਾਂਦੇ ਨੇ। ਜੈਨ ਧਰਮ ਦੇ ਵਿੱਚ ਜਿਹੜੇ ਕਿ 24 ਤੀਰਥੰਕਰ ਹੋਏ ਨੇ। ਪਹਿਲੇ ਜਿਹੜੇ ਕਿ ਤੀਰਥੰਕਰ ਸੀ ਉਹ ਸੀ ਰਿਸ਼ਵਦੇਵ, ਠੀਕ ਹੈ, ਤੇ 23ਵੇਂ ਪਾਰਸ਼ਵਨਾਥ ਤੇ 24ਵੇਂ ਹੋਏ ਨੇ ਵਰਧਮਾਨ ਮਹਾਵੀਰ। ਤੇ ਤੀਰਥੰਕਰ ਦਾ ਭਾਵ ਆ ਕਿਨਾਰੇ ਲਾਉਣ ਵਾਲਾ, ਠੀਕ ਹੈ। ਤੇ ਵਰਧਮਾਨ ਮਹਾਵੀਰ ਦਾ ਜਿਹੜੇ ਕਿ ਜਨਮ ਹੋਇਆ ਸੀ, ਇਹਨਾਂ ਦਾ ਜਨਮ ਹੋਇਆ ਸੀ 599 ਈਸਵੀ ਪੂਰਵ ਦੇ ਵਿੱਚ ਵਿਸ਼ਾਲੀ ਦੇ ਨੇੜੇ ਕੁੰਡਗ੍ਰਾਮ ਦੇ ਵਿੱਚ, ਜਿਹੜਾ ਕਿ ਆਧੁਨਿਕ ਮੁਜ਼ੱਫਰਪੁਰ ਦੇ ਵਿੱਚ ਹੈ। ਤੇ ਪਿਤਾ ਨਾਂ ਸਿਧਾਰਥ ਸੀ ਤੇ ਮਾਤਾ ਨਾਂ ਸੀ ਤ੍ਰਿਸ਼ਲਾ, ਠੀਕ ਹੈ। ਤੇ ਵਰਧਮਾਨ ਮਹਾਵੀਰ ਆ ਜਿਹੜੇ ਕਿ ਇਹਨਾਂ ਦਾ ਬਚਪਨ ਦਾ ਨਾਂ ਸੀ, ਜਿਹੜਾ ਕਿ ਵਰਧਮਾਨ ਮਹਾਵੀਰ ਦਾ ਅਸਲ ਨਾਂ ਸੀ, ਵੈਸੇ ਤਾਂ ਇਹਨਾਂ ਨੂੰ ਮਹਾਵੀਰ ਕਿਹਾ ਜਾਂਦਾ, ਵਰਧਮਾਨ ਮਹਾਵੀਰ, ਬਟ ਉਸ ਤੋਂ ਪਹਿਲਾਂ ਦਾ ਨਾਮ ਕੱਲਾ ਵਰਧਮਾਨ ਸੀ, ਠੀਕ ਹੈ। ਤੇ ਵਰਧਮਾਨ ਮਹਾਵੀਰ ਨੇ ਜਿਹੜੇ ਕਿ 30 ਸਾਲ ਦੀ ਉਮਰ ਦੇ ਵਿੱਚ ਆਪਣਾ ਘਰ ਤਿਆਗ ਗਿਆ। ਉਸ ਤੋਂ ਬਾਅਦ ਆ ਜਿਹੜੇ ਕਿ 12 ਸਾਲ ਕਠੋਰ ਤਪੱਸਿਆ ਕੀਤੀ। 12 ਸਾਲ ਦੀ ਕਠੋਰ ਤਪੱਸਿਆ ਤੋਂ ਬਾਅਦ ਇਹਨਾਂ ਨੂੰ 42 ਸਾਲ ਦੀ ਉਮਰ ਦੇ ਵਿੱਚ ਜਿਹੜੀ ਕਿ ਗਿਆਨ ਦੀ ਪ੍ਰਾਪਤੀ ਹੋਈ। ਤੇ ਗਿਆਨ ਦੀ ਪ੍ਰਾਪਤੀ ਇਹਨਾਂ ਨੂੰ ਹੋਈ ਸੀ ਰਜੂਪਾਲਿਕਾ ਨਦੀ ਦੇ ਕਿਨਾਰੇ, ਠੀਕ ਹੈ। ਤੇ ਰਜੂਪਾਲਿਕਾ ਨਦੀ ਦੇ ਕਿਨਾਰੇ ਤੇ ਦਰਖਤ ਸੀ ਸ਼ਾਲ ਦਰਖਤ ਦੇ ਨੀਚੇ, ਠੀਕ ਹੈ। ਤੇ ਫਿਰ ਇਹਨਾਂ ਦਾ ਜਿਹੜੇ ਕਿ ਦੇਹਾਂਤ ਹੋਇਆ ਸੀ ਪਾਵਾਪੁਰੀ ਦੇ ਵਿੱਚ 72 ਸਾਲ ਦੀ ਉਮਰ ਦੇ ਵਿੱਚ। ਹੁਣ ਆਪਾਂ ਇਹਨਾਂ ਦੀ ਸਿੱਖਿਆਵਾਂ ਕਰਾਂਗੇ। ਤੇ ਸਟੂਡੈਂਟਸ ਜਿਹੜੇ ਕਿ ਸਿੱਖਿਆਵਾਂ ਨੇ, ਸਿੱਖਿਆਵਾਂ ਦੇ ਦੋ ਭਾਗ ਮੰਨੇ ਜਾਂਦੇ ਨੇ, ਇੱਕ ਨਿਸ਼ਚਾਤਮਕ ਤੇ ਨਿਖਾਤਮਕ। ਅਗਰ ਤੁਹਾਨੂੰ ਨਿਸ਼ਚਾਤਮਕ ਨਿਖਾਤਮਕ ਯਾਦ ਰਹਿੰਦਾ ਫਿਰ ਤਾਂ ਠੀਕ ਆ, ਜੇ ਨਹੀਂ ਯਾਦ ਰਹਿੰਦਾ ਤੁਸੀਂ ਸਾਰੇ ਪੁਆਇੰਟ ਸਿੱਧੇ ਹੀ ਪੁਆਇੰਟ ਲਿਖ ਦਿਓ, ਠੀਕ ਹੈ। ਕੋਈ ਚੱਕਰ ਨਹੀਂ ਹੈ ਕਿ ਤੁਸੀਂ ਨਿਸ਼ਚਾਤਮਕ 'ਚ ਲਿਖਣੇ ਨੇ ਜਾਂ ਨਿਖੇਧਮਕ 'ਚ ਲਿਖਣੇ ਨੇ। ਨਿਸ਼ਚਾਤਮਕ ਜਿਹਨੂੰ ਆਪਾਂ ਸਕਾਰਾਤਮਕ ਵੀ ਕਹਿੰਦੇ ਆ, ਠੀਕ ਹੈ। ਸਕਾਰਾਤਮਕ ਭਾਵ ਕੀ ਪੋਜ਼ਿਟਿਵ, ਤੇ ਨਿਖੇਧਾਤਮਕ ਭਾਵ ਕੀ ਨਕਾਰਾਤਮਕ, ਤੇ ਨਕਾਰਾਤਮਕ ਨੂੰ ਆਪਾਂ ਕੀ ਕਹਾਂਗੇ ਨੈਗੇਟਿਵ, ਠੀਕ ਹੈ, ਇੰਗਲਿਸ਼ ਦੇ ਵਿੱਚ। ਅਗਰ ਤਾਂ ਤੁਹਾਨੂੰ ਐਵੇਂ ਯਾਦ ਰਹਿੰਦੇ ਨੇ ਫਿਰ ਤਾਂ ਠੀਕ ਹੈ, ਨਹੀਂ ਤੁਸੀਂ ਸਿੱਧੇ ਹੀ ਪੁਆਇੰਟ ਯਾਦ ਕਰਨੇ ਨੇ। ਲੌਂਗ ਕੁਐਸਚਨ ਦਾ ਯਾਦ ਕਰਨ ਦਾ ਢੰਗ ਮੈਂ ਹਰ ਵੀਡੀਓ 'ਚ ਦੱਸ ਰਹੀ ਹਾਂ ਕਿ ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰੋ, ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰੋ। ਤੁਸੀਂ ਸਿੱਧੇ ਹੀ ਯਾਦ ਕਰ ਲਓ, ਚਾਹੇ ਪੋਜ਼ਿਟਿਵ ਨੇ ਚਾਹੇ ਨੈਗੇਟਿਵ ਨੇ, ਸਿੱਧੇ ਹੀ, ਜਿਵੇਂ ਤ੍ਰਿਰਤਨ, ਠੀਕ ਹੈ। ਉਸ ਤੋਂ ਬਾਅਦ ਕਠੋਰ ਤਪੱਸਿਆ, ਅਹਿੰਸਾ, ਨੈਤਿਕਤਾ, ਠੀਕ ਹੈ, ਕੈਵਲਿਆ ਜਾਂ ਮੁਕਤੀ ਦੀ ਪ੍ਰਾਪਤੀ, ਫਿਰ ਰੱਬ ਵਿੱਚ ਅਵਿਸ਼ਵਾਸ ਤੇ ਜਾਤੀ ਪ੍ਰਥਾ ਵਿੱਚ ਅਵਿਸ਼ਵਾਸ, ਵੇਦਾਂ ਸੰਸਕ੍ਰਿਤ ਦੀ ਪਵਿੱਤਰਤਾ ਵਿੱਚ ਅਵਿਸ਼ਵਾਸ, ਖੋਖਲੇ ਰੀਤੀ ਰਿਵਾਜਾਂ ਵਿੱਚ ਅਵਿਸ਼ਵਾਸ। ਭਾਵ ਕਿ ਸਿੱਧੇ ਹੀ ਹੈਡਿੰਗ ਯਾਦ ਕਰ ਲਓ, ਠੀਕ ਹੈ। ਕੋਈ ਤੁਸੀਂ ਇਹ ਨਹੀਂ ਦੇਖਣਾ ਹੈਗਾ ਵੀ ਇਹ ਨੈਗੇਟਿਵ ਆ ਜਾਂ ਪੋਜ਼ਿਟਿਵ ਆ। ਸਾਰੇ ਪੋਜ਼ਿਟਿਵ ਔਰ ਨੈਗੇਟਿਵ ਵਾਲੇ ਸਿਧਾਂਤ ਇਕੱਠੇ ਹੀ ਲਿਖ ਸਕਦੇ ਹੋ, ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਅਲੱਗ-ਅਲੱਗ ਲਿਖਣੇ ਨੇ ਇਹ ਕੱਢ ਕੇ ਵੀ ਪੋਜ਼ਿਟਿਵ ਕਿਹੜੇ ਨੇ ਨੈਗੇਟਿਵ ਕਿਹੜੇ ਨੇ, ਨਹੀਂ, ਨੋ, ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਇੱਕੋ ਵਾਰ 'ਚ ਜਿਹੜੇ ਕਿ ਲਿਖ ਸਕਦੇ ਹੋ, ਚਾਹੇ ਪੋਜ਼ਿਟਿਵ ਨੇ ਚਾਹੇ ਉਹ ਨੈਗੇਟਿਵ ਨੇ, ਜਿਹੜਾ ਮਰਜ਼ੀ ਤੁਹਾਡੇ ਪਹਿਲ 'ਚ ਦਿਮਾਗ 'ਚ ਆ ਰਿਹਾ ਤੁਸੀਂ ਉਹੀ ਲਿਖ ਸਕਦੇ ਹੋ, ਤੇ ਕੋਈ ਸੀਕੁਐਂਸ ਦਾ ਕੁਝ ਫਰਕ ਨਹੀਂ ਪੈਂਦਾ। ਹਾਂਜੀ, ਇਹਨਾਂ ਦੇ ਵਿੱਚ ਪਹਿਲਾ ਪੁਆਇੰਟ ਆਉਂਦਾ ਤ੍ਰਿਰਤਨ ਵਰਧਮਾਨ। ਇਹਦੇ ਵਿੱਚੋਂ ਤੁਹਾਡੇ ਸ਼ਾਰਟ ਕੁਐਸਚਨ ਕਵਰ ਹੋ ਜਾਣਗੇ। ਵਰਧਮਾਨ ਮਹਾਵੀਰ ਦਾ ਪਹਿਲਾ ਉਪਦੇਸ਼ ਕੀ ਸੀ ਵੀ ਜਿਹੜੇ ਮਨੁੱਖ ਨੂੰ ਆਪਣੀ ਆਤਮਾ ਦੀ ਮੁਕਤੀ ਲਈ ਜਿਹੜੇ 3 ਸਿਧਾਂਤ ਨੇ ਉਹਨਾਂ ਤੇ ਜਿਹੜੇ ਕਿ ਪਾਲਣਾ ਕਰਨੀ ਚਾਹੀਦੀ ਹੈ, ਉਹਨਾਂ ਨੂੰ ਅਪਣਾਉਣਾ ਚਾਹੀਦਾ। ਇਹ ਹੈਗੇ ਨੇ ਸੱਚਾ ਵਿਸ਼ਵਾਸ। ਸੱਚਾ ਵਿਸ਼ਵਾਸ ਨੂੰ ਸੱਚੀ ਸ਼ਰਧਾ ਕਿਹਾ ਜਾਂਦਾ। ਸੱਚਾ ਵਿਸ਼ਵਾਸ, ਸੱਚਾ ਗਿਆਨ, ਸੱਚਾ ਕਰਮ, ਠੀਕ ਹੈ। ਕਰਮ ਭਾਵ ਕੀ ਆਪਣਾ ਜਿਹੜੇ ਕਿ ਚਰਿੱਤਰ। ਤੇ ਜੈਨ ਧਰਮ ਨੇ ਇਹਨਾਂ ਨੂੰ ਜਿਹੜੇ ਕਿ ਤ੍ਰਿਰਤਨ ਕਿਹਾ ਗਿਆ। ਇਹਨਾਂ ਦੇ ਵਿੱਚ ਪਹਿਲਾ ਕੀ ਆ ਕਿ ਪਹਿਲਾ ਰਤਨ ਕੀ ਆ ਕਿ ਵਰਧਮਾਨ ਮਹਾਵੀਰ ਦਾ ਜਿਹੜਾ ਪਹਿਲਾ ਸੀ ਰਤਨ ਸੱਚਾ ਵਿਸ਼ਵਾਸ, ਭਾਵ ਕਿ ਮਨੁੱਖ ਦਾ ਧਰਮ ਉੱਤੇ ਜੈਨੀਆਂ ਦੇ ਜਿਹੜੇ 24 ਤੀਰਥੰਕਰ ਨੇ ਉਹਨਾਂ ਉੱਤੇ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ। ਦੂਜਾ ਰਤਨ ਕੀ ਆ ਕਿ ਮਨੁੱਖ ਨੂੰ ਸੱਚਾ ਗਿਆਨ ਹੋਣਾ ਚਾਹੀਦਾ। ਫਾਲਤੂ ਦੇ ਅਡੰਬਰਾਂ ਜਾਂ ਅਧਾਰਮਿਕ ਦੇ ਵਿੱਚ, ਵਿਅਰਥ ਦੇ ਅਧਰਮਾਂ ਵਿੱਚ ਨਹੀਂ ਫਸਣਾ ਚਾਹੀਦਾ। ਤੀਜਾ ਜਿਹੜੇ ਕਿ ਮਨੁੱਖ ਨੂੰ ਸ਼ੁੱਧ ਕਰਮ ਕਰਨੇ ਚਾਹੀਦੇ ਨੇ ਤੇ ਉਹਨੂੰ ਅਹਿੰਸਾ, ਸੱਚਾਈ, ਬ੍ਰਹਮਚਾਰੀਆ ਇਹਦਾ ਪਾਲਣਾ ਕਰਨਾ ਚਾਹੀਦਾ, ਠੀਕ ਹੈ। ਇਹ ਹੋ ਗਿਆ ਤ੍ਰਿਰਤਨ। ਉਸ ਤੋਂ ਬਾਅਦ ਕਠੋਰ ਤਪੱਸਿਆ, ਹਾਂ, ਇਹ ਸੈਕਿੰਡ ਪੁਆਇੰਟ ਆ। ਸਿੱਖਿਆਵਾਂ ਸਿਧਾਂਤ ਇੱਕੋ ਗੱਲ ਹੁੰਦੇ ਆ ਸਟੂਡੈਂਟਸ, ਠੀਕ ਹੈ। ਵਰਧਮਾਨ ਮਹਾਵੀਰ ਦੇ ਸਿੱਖਿਆਵਾਂ ਦਾ ਦੂਜਾ ਉੱਤਮ ਸਿਧਾਂਤ ਕੀ ਹੈ ਕਿ ਮਨੁੱਖ ਨੂੰ ਕਠੋਰ ਤਪੱਸਿਆ ਕਰਨੀ ਚਾਹੀਦੀ ਹੈ, ਕਿਉਂਕਿ ਵਰਧਮਾਨ ਮਹਾਵੀਰ ਨੇ ਵੀ ਖੁਦ 12 ਸਾਲ ਤਪੱਸਿਆ ਕੀਤੀ ਸੀ, ਠੀਕ ਹੈ। ਤਾਂ ਇਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਵਿਚਾਰ ਅਨੁਸਾਰ ਹਰ ਮਨੁੱਖ ਦੇ ਜੀਵਨ ਦੇ ਦੋ ਪਹਿਲੂ ਹੁੰਦੇ ਨੇ, ਇੱਕ ਭੌਤਿਕ ਤੇ ਇੱਕ ਅਧਿਆਤਮਕ।
ਠੀਕ ਹੈ। ਤੇ ਇੱਕ ਨਸ਼ਟ ਹੋਣ ਤੇ ਦੂਜਾ ਅਮਰ ਰਹਿਣ ਵਾਲਾ, ਠੀਕ ਹੈ। ਵੀ ਇੱਕ ਜਿਹੜਾ ਭੌਤਿਕ ਉਹ ਤਾਂ ਸਰੀਰ ਨਸ਼ਟ ਹੋ ਜਾਊਗਾ, ਬਟ ਜਿਹੜੀ ਅਧਿਆਤਮਕ ਸਿੱਖਿਆ ਤੁਸੀਂ ਹਾਸਲ ਕਰ ਲਓਗੇ ਤੁਹਾਨੂੰ ਅਗਲੇ ਜਨਮ ਤੱਕ ਵੀ ਜਿਹੜੇ ਕਿ ਤੁਹਾਡੇ ਨਾਲ ਸਫਲ ਰਹੂਗੀ। ਤੇ ਅਧਿਆਤਮਕ ਉન્નਤੀ ਆਤਮਾ ਦੀ ਮੁਕਤੀ ਹੈ, ਠੀਕ ਹੈ। ਇਹਦੇ ਲਈ ਭੌਤਿਕ ਬਲੀਦਾਨ ਕਰਨਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜੇ ਆਪਾਂ ਫਾਲਤੂ ਦੇ ਜਿਹੜੇ ਸੰਸਾਰਿਕ ਵਸਤਾਂ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਛੱਡ ਕੇ ਉਹ ਮੋਹ ਮਾਇਆ ਨੂੰ ਤਿਆਗ ਕੇ ਜਿਹੜੇ ਕਿ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਠੀਕ ਹੈ। ਉਹਨਾਂ ਨੇ ਕਿਹਾ ਸੀ ਕਿ ਉਪਦੇਸ਼ ਦਿੱਤਾ ਕਿ ਸਰੀਰ ਨੂੰ ਕਸ਼ਟ ਦੇਣਾ ਚਾਹੀਦਾ। ਉਹਨਾਂ ਨੇ ਖੁਦ 12.5 ਸਾਲ ਜਿਹੜੇ ਕਿ ਕਠੋਰ ਤਪੱਸਿਆ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਭੁੱਖੇ ਪਿਆਸੇ ਨੰਗੇ ਰਹਿ ਕੇ ਜਿਹੜੇ ਕਿ ਬਤੀਤ ਕੀਤਾ। ਤੇ ਉਹਨਾਂ ਨੇ ਆਪਣੇ ਅਨਿਆਈਆਂ ਨੂੰ ਵੀ ਕਿਹਾ ਕਿ ਕਠੋਰ ਤਪੱਸਿਆ ਕਰਕੇ ਆਪਣੇ ਸਰੀਰ ਨੂੰ ਮਾਰਨ ਦਾ ਯਤਨ ਕਰਨਾ, ਠੀਕ ਹੈ। ਭਾਵ ਕਿ ਆਪਣੇ ਜਿਹੜੇ ਕਿ ਸਰੀਰ ਦੇ ਵਿੱਚ ਜਿਹੜੀਆਂ ਖੁਆਇਸ਼ਾਂ ਨੇ ਉਹਨਾਂ ਨੂੰ ਮਾਰਨ ਦਾ ਯਤਨ ਕਰਨਾ। ਅੱਗੇ ਹੈਗਾ ਅਹਿੰਸਾ। ਅਹਿੰਸਾ ਹੁੰਦੀ ਹੈ ਵੀ ਕਿਸੇ ਵੀ ਜੀਵ ਦੀ ਹੱਤਿਆ ਨਾ ਕਰਨਾ, ਠੀਕ ਹੈ। ਉਹ ਹੁੰਦੀ ਹੈ ਅਹਿੰਸਾ। ਕਿਸੇ ਵੀ ਜੀਵ ਨੂੰ ਕਿਸੇ ਵੀ ਤਰੀਕੇ ਨਾਲ ਕਸ਼ਟ ਨਾ ਪਹੁੰਚਾਉਣਾ, ਠੀਕ ਹੈ। ਤੇ ਜੈਨ ਧਰਮ ਦੇ ਵਿੱਚ ਹਿੰਸਾ ਜਿਹੜਾ ਜੈਨ ਧਰਮ ਦਾ ਮੂਲ ਸਿਧਾਂਤ ਹੈ। ਤੇ ਵਰਧਮਾਨ ਮਹਾਵੀਰ ਇਸ ਸਿਧਾਂਤ ਦਾ ਪ੍ਰਚਾਰ ਕਰਦੇ ਹੋਏ ਕਹਿੰਦੇ ਨੇ ਕਿ ਮਹਾਤਮਾ ਬੁੱਧ ਤੋਂ ਵੀ ਅੱਗੇ ਗਏ ਨੇ, ਠੀਕ ਹੈ। ਭਾਵ ਕਿ ਬੇਸ਼ੱਕ ਬੁੱਧ ਧਰਮ ਦੇ ਵਿੱਚ ਵੀ ਹੈਗੀ ਆ ਅਹਿੰਸਾ, ਬਟ ਜੈਨ ਧਰਮ ਦੇ ਵਿੱਚ ਬਹੁਤ ਜ਼ਿਆਦਾ ਆ, ਠੀਕ ਹੈ। ਅਹਿੰਸਾ ਭਾਵ ਕਿ ਕਿਸੇ ਨੂੰ ਵੀ, ਇਹ ਕਹਿੰਦੇ ਨੇ ਕਿ ਮਨੁੱਖ ਪਸ਼ੂਆਂ ਦੀ ਹੱਤਿਆ ਦੀ ਮਨਾਹੀ ਕੀਤੀ ਗਈ ਹੈ, ਸਗੋਂ ਦਰਖਤਾਂ ਦੇ ਪੌਦਿਆਂ ਤੇ ਜੜ ਵਸਤੂਆਂ ਨੇ ਜਿਹੜੀਆਂ ਕਿ ਪੱਥਰ ਵਗੈਰਾ ਉਹਨੂੰ ਵੀ ਕਿਹਾ ਕਿ ਉਹਨੂੰ ਵੀ ਕਸ਼ਟ ਨਹੀਂ ਦੇਣਾ, ਠੀਕ ਹੈ। ਵੀ ਜੇ ਉਹਨੂੰ ਵੀ ਤੁਸੀਂ ਕਸ਼ਟ ਦਿੰਦੇ ਹੋ ਤਾਂ ਵੀ ਉਹ ਪਾਪ ਆ। ਤੇ ਉਹਨਾਂ ਦੇ ਵਿਚਾਰ ਅਨੁਸਾਰ ਇਸ ਵਿਸ਼ਵ ਦੇ ਵਿੱਚ ਜੀਵ ਤੇ ਜੜ ਦੋਨੋਂ ਹੀ ਪਦਾਰਥ ਨੇ, ਤੀਜੀ ਕੋਈ ਨਹੀਂ। ਤੇ ਇਹਨਾਂ ਦੋਹਾਂ ਦਾ ਸਤਿਕਾਰ ਕਰਨ ਦਾ ਉਪਦੇਸ਼ ਦਿੱਤਾ। ਤੇ ਉਹ ਕਹਿੰਦੇ ਨੇ ਕਿ ਕਿਸੇ ਵੀ ਪ੍ਰਾਣੀ, ਭੂਤ, ਜੀਵ ਆਦਿ ਨੂੰ ਨਾ ਮਾਰਨਾ, ਠੀਕ ਹੈ, ਤੇ ਨਾ ਹੀ ਸਤਾਉਣਾ, ਇਹੀ ਹੁੰਦੀ ਹੈ ਅਹਿੰਸਾ, ਤੇ ਨਾ ਹੀ ਕਸ਼ਟ ਦੇਣਾ, ਠੀਕ ਹੈ। ਤੇ ਅੱਜ ਤੱਕ ਵੀ ਉਹਨਾਂ ਦੇ ਚੇਲੇ ਜਿਹੜੇ ਕਿ ਨੰਗੇ ਪੈਰੀ ਚੱਲਦੇ ਨੇ, ਪਾਣੀ ਛਾਣ ਕੇ ਪੀਂਦੇ ਨੇ, ਆਮ ਤੌਰ ਤੇ ਮੂੰਹ ਤੇ ਪੱਟੀ ਬੰਨ੍ਹ ਕੇ ਰੱਖਦੇ ਨੇ ਜੈਨੀ ਲੋਕ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਪੈਰਾਂ ਥੱਲੇ ਜਾਂ ਉਹਨਾਂ ਦੇ ਮੂੰਹ ਅੰਦਰ ਕੋਈ ਵੀ ਜੀਵ ਜੰਤੂ ਜਾ ਕੇ ਨਾ ਮਰ ਜਾਏ, ਠੀਕ ਹੈ। ਅੱਗੇ ਹੈਗਾ ਆਵਾਗਮਨ ਤੇ ਕਰਮ ਸਿਧਾਂਤ। ਹਾਂਜੀ, ਆਵਾਗਮਨ ਤੇ ਕਰਮ ਸਿਧਾਂਤ ਕੀ ਹੈ? ਵੈਦਿਕ ਧਰਮ ਤੇ ਬੁੱਧ ਧਰਮ ਵਾਂਗ ਹੀ ਵਰਧਮਾਨ ਮਹਾਵੀਰ ਨੇ ਵੀ ਆਵਾਗਮਨ ਤੇ ਕਰਮ ਸਿਧਾਂਤ ਦਾ ਨੂੰ ਮੰਨਦੇ ਨੇ। ਇਹਨਾਂ ਸਿਧਾਂਤਾਂ ਦੇ ਅਨੁਸਾਰ ਕੀ ਹੈ ਕਿ ਮਨੁੱਖ ਦੇ ਚੰਗੇ ਜਾਂ ਬੁਰੇ ਕਰਮਾਂ ਦੇ ਅਨੁਸਾਰ ਹੀ ਉਹਨਾਂ ਦੀ ਮ੍ਰਿਤਿੂ ਤੋਂ ਬਾਅਦ, ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਜੀਵਨ ਨਿਰਧਾਰਿਤ ਹੁੰਦਾ। ਵੀ ਜੇ ਉਹ ਚੰਗੇ ਕਰਮ ਕਰਦੇ ਨੇ ਤਾਂ ਉਹਨਾਂ ਦਾ ਜਨਮ ਚੰਗਾ ਹੁੰਦਾ, ਜੇ ਮਾੜੇ ਕਰਦੇ ਨੇ ਤਾਂ ਮਾੜਾ ਹੁੰਦਾ, ਠੀਕ ਹੈ। ਆਤਮਾ ਅਮਰ ਰਹਿੰਦੀ ਹੈ, ਬਟ ਮਨੁੱਖਾ ਦੇਹੀ ਹੈ ਜਿਹੜੀ ਕਿ ਬਾਰ-ਬਾਰ ਜਨਮ ਲੈਂਦੀ ਹੈ, ਠੀਕ ਹੈ। ਤੇ ਪਿਛਲੇ ਜਨਮਾਂ ਦੇ ਵਿੱਚ ਕੀਤੇ ਕਰਮ ਦੇ ਅਨੁਸਾਰ ਹੀ ਉਹਨਾਂ ਦਾ ਮਨੁੱਖ ਦਾ ਉੱਚ ਜਾਂ ਨੀਵੀਂ ਕੁਲ ਦੇ ਵਿੱਚ ਜਨਮ ਹੁੰਦਾ, ਤੇ ਵਰਤਮਾਨ ਜੀਵਨ ਆ ਜਿਹੜੇ ਕਿ ਨਿਰਧਾਰਿਤ ਹੁੰਦਾ। ਅੱਗੇ ਹੈਗਾ ਨੈਤਿਕਤਾ। ਹਾਂਜੀ, ਪਾਰਸ਼ਵਨਾਥ ਤੇ ਵਰਧਮਾਨ ਮਹਾਵੀਰ ਨੇ ਲੋਕਾਂ ਨੂੰ ਨੈਤਿਕ ਭਰਿਆ ਜੀਵਨ ਬਤੀਤ ਕਰਨ ਲਈ ਸਿੱਖਿਆ ਦਿੱਤੀ ਆ। ਨੈਤਿਕਤਾ ਦੇ ਵਿੱਚ ਕੀ ਹੁੰਦਾ? ਉਹਨਾਂ ਨੇ ਕਿਹਾ ਕਿ ਸਾਰੇ ਮਨੁੱਖਾਂ ਨੂੰ ਆਪਸ ਦੇ ਵਿੱਚ ਜਿਹੜੇ ਕਿ ਪ੍ਰੇਮ ਭਾਵ ਨਾਲ ਰਹਿਣਾ ਚਾਹੀਦਾ, ਅਹਿੰਸਾ ਦੀ ਪਾਲਣਾ ਕਰਨੀ ਚਾਹੀਦੀ ਹੈ, ਸਦਾ ਸੱਚ ਬੋਲਣਾ ਚਾਹੀਦਾ, ਦਾਨ ਕਰਨਾ ਚਾਹੀਦਾ, ਸੰਜਮ ਸਹਿਤ ਜੀਵਨ ਬਤੀਤ ਕਰਨਾ ਚਾਹੀਦਾ। ਤੇ ਉਹਨਾਂ ਨੇ ਉਪਦੇਸ਼ ਦਿੱਤਾ ਕਿ ਝੂਠ, ਚੋਰੀ, ਹਿੰਸਾ, ਕ੍ਰੋਧ, ਅਭਿਮਾਨ, ਚੁਗਲੀ, ਨਿੰਦਿਆ ਇਹ ਪਾਪਾਂ ਤੋਂ ਦੂਰ ਰਹਿਣਾ ਚਾਹੀਦਾ। ਤੇ ਉਹਨਾਂ ਦਾ ਕਹਿਣਾ ਸੀ ਕਿ ਮਨੁੱਖ ਨੂੰ ਪਾਪੀ ਤੋਂ ਨਹੀਂ ਸਗੋਂ ਪਾਪ ਤੋਂ ਨਫ਼ਰਤ ਕਰਨੀ ਚਾਹੀਦੀ ਹੈ, ਠੀਕ ਹੈ। ਤੇ ਵਰਧਮਾਨ ਮਹਾਵੀਰ ਨੇ ਭਿਕਸ਼ੂਆਂ ਨੂੰ ਇਹਨਾਂ ਨਿਯਮਾਂ ਤੋਂ ਇਲਾਵਾ ਨੈਤਿਕ ਆਚਰਣ ਵੀ ਕਿਹਾ ਕਿ ਆਪਣਾ ਆਚਰਣ ਵੀ ਨੈਤਿਕਤਾ ਭਰਿਆ ਹੋਣਾ ਚਾਹੀਦਾ, ਠੀਕ ਹੈ। ਅੱਗੇ ਹੈਗਾ ਕਵਲਿਆ ਜਾਂ ਮੁਕਤੀ ਪ੍ਰਾਪਤੀ, ਅੰਤਿਮ ਟੀਚਾ। ਹਾਂਜੀ, ਮਨੁੱਖ ਦੇ ਜੀਵਨ ਦਾ ਅੰਤਿਮ ਟੀਚਾ ਕਵਲਿਆ ਭਾਵ ਕਿ ਆਤਮਾ ਦੀ ਮੁਕਤੀ ਪ੍ਰਾਪਤ ਕਰਨਾ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸੱਚਖੰਡ ਦੀ ਪ੍ਰਾਪਤੀ ਕਰਨਾ, ਠੀਕ ਹੈ। ਤੇ ਉਪਰੋਕਤ ਸਿਧਾਂਤਾਂ ਦੀ ਜਦੋਂ ਬੰਦਾ ਪਾਲਣਾ ਕਰੂਗਾ ਤਾਂ ਉਹਦਾ ਅੰਤਿਮ ਉਦੇਸ਼ ਕੀ ਜਿਹੜੇ ਕਿ ਕਵਲਿਆ ਹੋਊਗਾ, ਤੇ ਉਹਨੂੰ ਇਸ ਲਕਸ਼ ਦੀ ਪ੍ਰਾਪਤੀ ਹੋ ਜੂਗੀ। ਤੇ ਇਸ ਅਵਸਥਾ ਦੇ ਵਿੱਚ ਪਹੁੰਚ ਕੇ ਮਨੁੱਖ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਜਾਣਾ, ਤੇ ਉਸ ਦੀ ਆਤਮਾ ਨੂੰ ਹਮੇਸ਼ਾ ਲਈ ਸ਼ਾਂਤੀ ਮਿਲ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਯਾਦ ਰਹਿ ਸਕਦੇ ਨੇ ਵੀ ਇਹ ਪੋਜ਼ਿਟਿਵ ਸਿਧਾਂਤ ਨੇ, ਅਗਲੇ ਨੈਗੇਟਿਵ ਨੇ, ਤਾਂ ਠੀਕ ਆ। ਅਗਰ ਤੁਹਾਨੂੰ ਨਹੀਂ ਯਾਦ ਰਹਿੰਦੇ, ਪਹਿਲਾਂ ਤਾਂ ਹੁਣ ਤੁਸੀਂ ਕਵਲਿਆ ਜਾਂ ਮੁਕਤੀ ਪ੍ਰਾਪਤੀ ਅਗਰ ਐਗਜ਼ਾਮ ਤੋਂ ਆਉਂਦਾ ਫਿਰ ਇਹ ਲਿਖਿਆ, ਦੈਨ ਉਸ ਤੋਂ ਬਾਅਦ ਜਦ ਹੀ ਰੱਬ ਵਿੱਚ ਅਵਿਸ਼ਵਾਸਾਂ ਵਾਲੇ ਫਿਰ ਤੁਸੀਂ ਨਾਲ ਦੀ ਨਾਲ ਪੁਆਇੰਟ ਲਿਖਣੇ ਸ਼ੁਰੂ ਕਰ ਦੇਣੇ। ਕੋਈ ਚੱਕਰ ਨਹੀਂ ਹੈਗਾ ਕਿ ਤੁਸੀਂ ਪੋਜ਼ਿਟਿਵ ਔਰ ਨੈਗੇਟਿਵ ਲਿਖਣਾ, ਠੀਕ ਹੈ। ਹਾਂਜੀ, ਰੱਬ ਵਿੱਚ ਅਵਿਸ਼ਵਾਸ। ਵਰਧਮਾਨ ਮਹਾਵੀਰ ਰੱਬ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ ਸੀ। ਉਹਨਾਂ ਨੇ ਹਿੰਦੂ ਧਰਮ ਦੇ ਇਸ ਜਿਹੜਾ ਸਿਧਾਂਤ ਪ੍ਰਚਲਿਤ ਸੀ ਕਿ ਈਸ਼ਵਰ ਨੇ ਹੀ ਸੰਸਾਰ ਦੀ ਰਚਨਾ ਕੀਤੀ ਹੈ ਤੇ ਉਹ ਹੀ ਇਹਦੀ ਦੇਖਭਾਲ ਕਰਦਾ। ਉਹਨਾਂ ਦੇ ਵਿਚਾਰ ਦੇ ਵਿੱਚ ਕੀ ਸੀ ਕਿ ਉਹ ਇਹਨਾਂ ਨਾਲ ਜਿਹੜੇ ਕਿ ਉਹਨਾਂ ਦਾ ਵਿਚਾਰ ਮੇਲ ਨਹੀਂ ਖਾਂਦੇ ਸੀ। ਉਹਨਾਂ ਦਾ ਵਿਚਾਰ ਕੀ ਸੀ ਕਿ ਮਨੁੱਖ ਦੀ ਆਤਮਾ ਵਿੱਚ ਹੀ ਪੂਰਨ ਸ਼ਕਤੀ ਹੈ, ਵੀ ਮਨੁੱਖ ਦੀ ਜਿਹੜੀ ਆਤਮਾ ਉਹਦੇ ਵਿੱਚ ਹੀ ਪਰਮਾਤਮਾ ਦੀ ਜੋਤ ਵਸੀ ਹੋਈ ਆ, ਉਹੀ ਪੂਰਨ ਸ਼ਕਤੀ ਹੈ, ਠੀਕ ਹੈ। ਤੇ ਉਹ ਆਪਣੇ ਭਾਗਾਂ ਦਾ ਨਿਰਮਾਤਾ ਜੀਵ ਆਪ ਹੀ ਹੈ, ਇਸ ਲਈ ਉਹ ਈਸ਼ਵਰ ਜਾਂ ਦੇਵੀ ਦੇਵਤਿਆਂ ਦੀ ਪੂਜਾ ਨੂੰ ਵਿਅਰਥ ਸਮਝਦੇ ਹੋਏ ਇਹਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦੇ ਸੀ। ਅੱਗੇ ਹੈਗਾ ਜਾਤੀ ਪ੍ਰਥਾ ਵਿੱਚ ਅਵਿਸ਼ਵਾਸ। ਹਾਂਜੀ, ਜੈਨ ਮਾਤਾ ਜਿਹੜੇ ਕਿ ਜਾਤੀ ਪ੍ਰਥਾ ਉੱਤੇ ਵੀ ਵਿਸ਼ਵਾਸ ਨਹੀਂ ਰੱਖਦੇ ਸੀ। ਵਰਧਮਾਨ ਮਹਾਵੀਰ ਨੇ ਆਪਣੇ ਸਾਰੇ ਚੇਲਿਆਂ ਨੂੰ, ਚਾਹੇ ਉਹ ਬ੍ਰਾਹਮਣ ਸੀ ਜਾਂ ਸ਼ੂਦਰ, ਇੱਕ ਸਮਾਨ ਸਮਝਦੇ ਸੀ।
ਠੀਕ ਹੈ, ਭਾਵ ਕਿ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕਰਦੇ ਸੀ ਤੇ ਉਹਨਾਂ ਦੇ ਵਿੱਚ ਕੋਈ ਭੇਦਭਾਵ ਨਹੀਂ ਰੱਖਦੇ ਸੀ ਉਹ, ਤੇ ਉਹਨਾਂ ਨੇ ਸਮਾਨਤਾ ਦੇ ਸਿਧਾਂਤ ਦਾ ਪ੍ਰਚਾਰ ਕੀਤਾ ਤੇ ਇਸ ਤਰ੍ਹਾਂ ਹਿੰਦੂ ਧਰਮ ਦੀ ਜਿਹੜੀ ਜਾਤੀ ਪ੍ਰਥਾ ਸੀ ਉਹਦੇ ਉੱਤੇ ਕਰੜੀ ਸੱਟ ਮਾਰੀ। ਭਾਵ ਕਿ ਹਿੰਦੂ ਧਰਮ ਦੇ ਵਿੱਚ ਸੀ ਬ੍ਰਾਹਮਣਾਂ ਨੂੰ ਅਧਿਕਾਰ ਸੀ ਤੇ ਸ਼ੂਦਰਾਂ ਨੂੰ ਬਹੁਤ ਨੀਵੇਂ ਦਰਜੇ ਦੇ ਸਮਝਿਆ ਜਾਂਦਾ ਸੀ, ਉਹਨਾਂ ਨਾਲ ਕੋਈ ਮੇਲ ਜੋਲ ਨਹੀਂ ਰੱਖਿਆ ਜਾਂਦਾ ਸੀ। ਬਟ ਵਰਧਮਾਨ ਮਹਾਵੀਰ ਨੇ ਕੋਈ ਫਰਕ ਨਹੀਂ ਸਮਝਿਆ ਸ਼ੂਦਰਾਂ ਤੇ ਬ੍ਰਾਹਮਣਾਂ ਦੇ ਵਿੱਚ। ਠੀਕ ਹੈ ਹਾਂਜੀ, ਅੱਗੇ ਥਰਡ ਪੁਆਇੰਟ ਆ ਵੇਦਾਂ ਤੇ ਸੰਸਕ੍ਰਿਤ ਦੀ ਪਵਿੱਤਰਤਾ ਵਿੱਚ ਅਵਿਸ਼ਵਾਸ। ਹਾਂਜੀ, ਵਰਧਮਾਨ ਮਹਾਵੀਰ ਨੇ ਵੇਦਾਂ ਦੀ ਪਵਿੱਤਰਤਾ ਵਿੱਚ ਵੀ ਅਵਿਸ਼ਵਾਸ ਪ੍ਰਗਟ ਕੀਤਾ ਕਿਉਂਕਿ ਹਿੰਦੂ ਧਰਮ ਦੇ ਵਿੱਚ ਇਹਨਾਂ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਸੀ ਤੇ ਇਹਨਾਂ ਦੇ ਮੰਤਰਾਂ ਦਾ ਉਚਾਰਨ ਕਰਨਾ ਹਿੰਦੂਆਂ ਦਾ ਧਾਰਮਿਕ ਕਰਤੱਵ ਸਮਝਿਆ ਜਾਂਦਾ ਸੀ ਤੇ ਇਹਨਾਂ ਦਾ ਉਚਾਰਨ ਸਿਰਫ ਤੋਂ ਸਿਰਫ ਕੌਣ ਕਰ ਸਕਦੇ ਸੀ? ਬ੍ਰਾਹਮਣ, ਬਾਕੀ ਕਿਸੇ ਨੂੰ ਵੀ ਕੋਈ ਹੱਕ ਨਹੀਂ ਸੀ। ਪਰੰਤੂ ਵਰਧਮਾਨ ਮਹਾਵੀਰ ਨੇ ਵੇਦਾਂ ਨੂੰ ਕੋਈ ਧਾਰਮਿਕ ਮਹੱਤਵ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਮੰਤਰਾਂ ਦਾ ਉਚਾਰਨ ਕਰਨਾ ਬਿਲਕੁਲ ਵਿਅਰਥ ਆ ਜਦੋਂ ਤੱਕ ਉਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕਰਦੇ। ਠੀਕ ਹੈ, ਤੇ ਉਹਨਾਂ ਨੇ ਸੰਸਕ੍ਰਿਤ ਨੂੰ ਵੀ ਪਵਿੱਤਰ ਧਾਰਮਿਕ ਭਾਸ਼ਾ ਨਹੀਂ ਮੰਨਿਆ ਤੇ ਲੋਕਾਂ ਦੀ ਬੋਲੀ ਦੇ ਵਿੱਚ ਹੀ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਕਿਉਂਕਿ ਜਿਹੜੇ ਕੀ ਕਿਹਾ ਜਾਂਦਾ ਸੀ ਕਿ ਉਸ ਸਮੇਂ ਦੇ ਵਿੱਚ ਵੀ ਸੰਸਕ੍ਰਿਤ ਭਾਸ਼ਾ ਸਿਰਫ ਹੀ ਬ੍ਰਾਹਮਣ ਹੀ ਪੜ੍ਹ ਸਕਦੇ ਨੇ, ਇਸ ਤੋਂ ਇਲਾਵਾ ਕੋਈ ਨਹੀਂ, ਤਾਂ ਉਹਨੂੰ ਵੀ ਇੱਕ ਧਰਮ ਦੀ ਭਾਸ਼ਾ ਬਣਾ ਰੱਖਿਆ ਸੀ। ਬਟ ਵਰਧਮਾਨ ਮਹਾਵੀਰ ਨੇ ਇਹਨੂੰ ਕਿਹਾ ਵੀ ਇਹ ਧਰਮ ਦੀ ਭਾਸ਼ਾ ਨਹੀਂ ਹੈ। ਠੀਕ ਹੈ, ਤੇ ਉਹਨਾਂ ਨੇ ਖੁਦ ਵੀ ਆਪਣੇ ਜਿਹੜੇ ਕਿ ਉਪਦੇਸ਼ ਦਿੱਤੇ ਸੀ ਉਹ ਪ੍ਰਕਿਰਤ ਭਾਸ਼ਾ ਦੇ ਵਿੱਚ ਦਿੱਤੇ ਸੀ। ਅੱਗੇ ਹੈਗਾ ਜੱਗ ਅਤੇ ਖੋਖਲੇ ਰੀਤੀ ਰਿਵਾਜਾਂ ਵਿੱਚ ਅਵਿਸ਼ਵਾਸ। ਹਾਂਜੀ, ਜੈਨ ਧਰਮ ਦੇ ਵਿੱਚ ਵੀ ਜੱਗ ਅਤੇ ਖੋਖਲੇ ਰੀਤੀ ਰਿਵਾਜਾਂ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਸੀ ਤੇ ਹਿੰਦੂ ਧਰਮ ਦੇ ਵਿੱਚ ਜਿਹੜੇ ਕਿ ਜੱਗਾਂ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ ਤੇ ਇਹਨਾਂ ਵਿੱਚ ਪਸ਼ੂਆਂ ਦੀ ਬਲੀ ਦਿੱਤੀ ਜਾਂਦੀ ਸੀ। ਵਰਧਮਾਨ ਮਹਾਵੀਰ ਨੇ ਜੱਗ ਤੇ ਪਸ਼ੂਆਂ ਦੀ ਬਲੀ ਦੇਣ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਅਜਿਹੇ ਪਾਪਾਂ ਤੋਂ ਦੂਰ ਰਹਿਣ ਤੇ ਉਹਨਾਂ ਨੇ ਹਿੰਦੂ ਧਰਮ ਦੇ ਵਿੱਚ ਜਿਹੜੇ ਰੀਤੀ ਰਿਵਾਜ ਪ੍ਰਚਲਿਤ ਸੀ ਉਹਨਾਂ ਦਾ ਖੰਡਨ ਕੀਤਾ। ਠੀਕ ਹੈ, ਸੋ ਇਹ ਸੀ ਜੈਨ ਧਰਮ ਦੀਆਂ ਜਾਂ ਆਪਾਂ ਕਹਿ ਸਕਦੇ ਕਿ ਵਰਧਮਾਨ ਮਹਾਵੀਰ ਦੇ ਜਿਹੜੇ ਕਿ ਸਿੱਖਿਆਵਾਂ। ਹੁਣ ਮੈਂ ਰਿਪੀਟ ਕਰਦੀ ਹਾਂ ਤਾਂ ਕਿ ਤੁਹਾਡੇ ਯਾਦ ਹੋ ਜਾਣ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਨੇ ਜਿਹੜੇ ਕਿ ਜੈਨ ਧਰਮ ਦੇ ਸਿਧਾਂਤਾਂ ਨੂੰ ਜਿਹੜੇ ਤਾਂ ਬੱਚੇ ਦੇ ਯਾਦ ਰਹਿ ਸਕਦੇ ਨੇ ਕਿ ਸਕਾਰਾਤਮਕ ਤੇ ਨਕਾਰਾਤਮਕ, ਉਹ ਤਾਂ ਉਵੇਂ ਯਾਦ ਕਰ ਲਓ। ਜਿਹਦੇ ਯਾਦ ਨਹੀਂ ਰਹਿੰਦੇ ਤੁਸੀਂ ਸਿੱਧੀ ਹੈਡਿੰਗ ਯਾਦ ਕਰੋ। ਠੀਕ ਹੈ, ਤ੍ਰਿਰਤਨ ਇੱਕ ਹੈਡਿੰਗ ਹੋ ਗਿਆ, ਦੈਨ ਉਸ ਤੋਂ ਬਾਅਦ ਸੈਕਿੰਡ ਹੈਡਿੰਗ ਕਠੋਰ ਤਪੱਸਿਆ, ਥਰਡ ਹੋ ਗਿਆ ਅਹਿੰਸਾ, ਫੋਰਥ ਹੋ ਗਿਆ ਜਿਹੜੇ ਕਿ ਆਵਾਗੁਣ ਤੇ ਕਰਮ ਸਿਧਾਂਤ, ਤੇ ਫਿਫਥ ਹੋ ਗਿਆ ਨੈਤਿਕਤਾ, ਤੇ ਸਿਕਸਥ ਹੋ ਗਿਆ ਕਵਲਿਆ ਜਾਂ ਮੁਕਤੀ ਦੀ ਪ੍ਰਾਪਤੀ। ਫਿਰ 7th, ਇਹਨੂੰ 1 ਨਹੀਂ ਦੇਣਾ, ਫਿਰ ਇਹਨੂੰ 7th ਨੰਬਰ ਰੱਬ ਵਿੱਚ ਅਵਿਸ਼ਵਾਸ। ਨੰਬਰ 8 ਦੇ ਵਿੱਚ ਜਾਤੀ ਪ੍ਰਥਾ ਵਿੱਚ ਅਵਿਸ਼ਵਾਸ। ਨੰਬਰ 9 ਦੇ ਵਿੱਚ ਆ ਜਾਊਗਾ ਜਿਹੜਾ ਕਿ ਤੁਹਾਡਾ ਵੇਦਾਂ ਤੇ ਸੰਸਕ੍ਰਿਤ ਭਾਸ਼ਾ ਦੀ ਪਵਿੱਤਰਤਾ ਵਿੱਚ ਅਵਿਸ਼ਵਾਸ। ਤੇ ਨੰਬਰ 10 ਦੇ ਵਿੱਚ ਆ ਜਾਊਗਾ ਖੋਖਲੇ ਰੀਤੀ ਰਿਵਾਜਾਂ ਵਿੱਚ ਅਵਿਸ਼ਵਾਸ। ਠੀਕ ਹੈ, ਤੇ ਐਂਡ ਦੇ ਵਿੱਚ ਤੁਸੀਂ ਸੀਟਾਂ ਕੱਢ ਦੇਣਾ। ਠੀਕ ਹੈ, ਤੇ ਸਟੂਡੈਂਟਸ ਕਿੰਨੇ ਨੰਬਰਾਂ ਦਾ ਤੁਸੀਂ ਕੁਐਸਚਨ ਕਰਨਾ ਹੈ ਉਹ ਆਲਰੇਡੀ ਵੀਡੀਓ ਅਪਲੋਡ ਕੀਤੀ ਸੀ, ਉਹਦਾ ਮੈਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ। ਹੁਣ ਆਪਾਂ ਕਰਦੇ ਹਾਂ ਬੁੱਧ ਧਰਮ ਦੀਆਂ ਸਿੱਖਿਆਵਾਂ। ਹਾਂਜੀ, ਅਗਲਾ ਆਪਣਾ ਟੌਪਿਕ ਹੈਗਾ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਜਾਂ ਬੁੱਧ ਧਰਮ ਦੇ ਸਿਧਾਂਤ ਜਾਂ ਬੁੱਧ ਧਰਮ ਦੀਆਂ ਸਿੱਖਿਆਵਾਂ। ਠੀਕ ਹੈ, ਟੀਚਿੰਗ ਆਫ ਬੁੱਧਿਜ਼ਮ। ਹਾਂਜੀ, ਇਸ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇ ਵਿੱਚ ਤੁਹਾਨੂੰ ਮਹਾਤਮਾ ਬੁੱਧ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਹਾਂਜੀ, ਬੁੱਧ ਧਰਮ ਦੇ ਜਿਹੜੇ ਕਿ ਨੀਂਹ ਰੱਖੀ ਆ ਮਹਾਤਮਾ ਬੁੱਧ ਨੇ। ਠੀਕ ਹੈ, ਮਹਾਤਮਾ ਬੁੱਧ ਸ਼ਾਕਿਆ ਕਬੀਲੇ ਨਾਲ ਸੰਬੰਧਿਤ ਸੀ ਤੇ ਮਹਾਤਮਾ ਬੁੱਧ ਦਾ ਨਾਂ ਸੀ ਸਿਧਾਰਥ। ਠੀਕ ਹੈ, ਅਸਲ ਨਾਂ ਸੀ ਮਹਾਤਮਾ ਬੁੱਧ ਦਾ ਸਿਧਾਰਥ। ਠੀਕ ਹੈ, ਜਾਂ ਆਪਾਂ ਕਹਿ ਸਕਦੇ ਕਿ ਮੁੱਢਲਾ ਨਾਂ ਸੀ ਇਹਨਾਂ ਦਾ ਸਿਧਾਰਥ। ਤੇ ਜਿਹੜੇ ਕਿ ਮਹਾਤਮਾ ਬੁੱਧ ਨੂੰ ਸ਼ਾਕਿਆ ਮੁਨੀ ਗੌਤਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਤੇ ਮਹਾਤਮਾ ਬੁੱਧ ਦੇ ਪਿਤਾ ਨਾਂ ਸੀ ਸੁਸ਼ੋਧਨ। ਠੀਕ ਹੈ, ਤੇ ਮਾਤਾ ਨਾਂ ਸੀ ਮਹਾਮਾਇਆ। ਠੀਕ ਹੈ, ਤੇ ਮਹਾਤਮਾ ਬੁੱਧ ਦਾ ਜਿਹੜੇ ਕਿ ਜਨਮ ਹੋਇਆ ਸੀ ਲੁਬੀਨੀ ਦੇ ਵਿੱਚ। ਠੀਕ ਹੈ, ਲੁਬੀਨੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ ਮਹਾਤਮਾ ਬੁੱਧ ਨੇ ਜਿਹੜੇ ਕਿ ਆਪਣਾ ਘਰ ਤਿਆਗਿਆ ਸੀ 29 ਸਾਲਾਂ ਦੀ ਉਮਰ ਦੇ ਵਿੱਚ। 29 ਸਾਲਾਂ ਦੀ ਉਮਰ ਦੇ ਵਿੱਚ ਘਰ ਤਿਆਗਣ ਤੋਂ ਬਾਅਦ ਜਿਹੜੇ ਕਿ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਬੋਧ ਗਿਆ ਦੇ ਵਿੱਚ ਹੋਈ ਸੀ ਤੇ ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਸਾਰਨਾਥ ਦੇ ਵਿੱਚ। ਠੀਕ ਹੈ, ਸਾਰਨਾਥ ਦੇ ਵਿੱਚ 5 ਭਿਕਸ਼ੂਆਂ ਨੂੰ ਦਿੱਤਾ ਸੀ ਤੇ ਵਰਧਮਾਨ ਮਹਾਵੀਰ ਨੂੰ ਜਿਹੜੀ ਗਿਆਨ ਦੀ ਪ੍ਰਾਪਤੀ ਹੋਈ ਸੀ 35 ਸਾਲਾਂ ਦੀ ਉਮਰ ਦੇ ਵਿੱਚ। ਠੀਕ ਹੈ, 35 ਸਾਲਾਂ ਦੀ ਉਮਰ ਦੇ ਵਿੱਚ। ਤੇ ਪਿੱਪਲ ਜਿਹੜੇ ਕਿ ਪਿੱਪਲ ਦਰਖਤ ਦੇ ਨੀਚੇ ਸੀ ਜਿਹਨੂੰ ਬੋਧੀ ਬ੍ਰਿਕਸ਼ ਕਿਹਾ ਜਾਂਦਾ। ਠੀਕ ਹੈ, ਤੇ ਮਹਾਤਮਾ ਬੁੱਧ ਦਾ ਜਿਹੜੇ ਕਿ ਉਹਨਾਂ ਨੇ ਆਪਣਾ ਜਦੋਂ ਸੰਸਾਰ ਨੂੰ ਤਿਆਗਿਆ ਸੀ ਗੋਰਖਪੁਰ ਦੇ ਵਿੱਚ, ਕੁਸ਼ੀਨਗਰ ਦੇ ਵਿੱਚ। ਠੀਕ ਹੈ, 487 ਈਸਵੀ ਦੇ ਪੂਰਵ ਦੇ ਵਿੱਚ ਪੂਰਨਮਾਸ਼ੀ ਵਾਲੇ ਦਿਨ। ਤੇ ਜਿਹੜੇ ਕਿ ਮਹਾਤਮਾ ਬੁੱਧ ਨੇ ਇਹਨਾਂ ਦਾ ਜਨਮ ਵੀ ਵਿਸ਼ਾਖ ਦੀ ਪੂਰਨਮਾਸ਼ੀ ਨੂੰ ਹੋਇਆ ਤੇ ਇਹਨਾਂ ਨੂੰ ਭਾਵ ਕਿ ਇਹ ਜਿਹੜੇ ਕਿ ਜੋਤ ਸੰਸਾਰ ਨੂੰ ਵੀ ਇਹਨਾਂ ਨੇ ਵਿਸਾਖ ਦੀ ਪੂਰਨਮਾਸ਼ੀ ਨੂੰ ਤਿਆਗਿਆ ਤੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਵੀ ਵਿਸਾਖ ਦੀ ਪੂਰਨਮਾਸ਼ੀ ਨੂੰ ਹੋਈ ਸੀ। ਠੀਕ ਹੈ, ਹਾਂਜੀ,
ਤਾਂ ਕਰਕੇ ਬੁੱਧ ਪੂਰਨਿਮਾ ਜਿਹੜੀ ਕਿ ਮਨਾਈ ਜਾਂਦੀ ਹੈ। ਹੁਣ ਆਪਾਂ ਮਹਾਤਮਾ ਬੁੱਧ ਦੇ ਜਿਹੜੇ ਕਿ ਸਿੱਖਿਆਵਾਂ ਸਿਧਾਂਤ ਕਰਦੇ ਹਾਂ, ਇਹਨਾਂ ਦੇ ਸਿਧਾਂਤਾਂ ਨੂੰ ਵੀ 2 ਹਿੱਸਿਆਂ ਵਿੱਚ ਵੰਡਿਆ ਜਾਂਦਾ, ਨਿਸ਼ਚੇਤਮਕ ਅਤੇ ਨਿਖਾਦਮਕ ਸਿਧਾਂਤ। ਅਗਰ ਤਾਂ ਤੁਹਾਨੂੰ ਇਹ ਯਾਦ ਰਹਿੰਦੇ ਨੇ ਫਿਰ ਤਾਂ ਠੀਕ ਆ, ਨਹੀਂ ਤੁਸੀਂ ਸਿੱਧੇ ਹੀ ਯਾਦ ਕਰਨੇ ਨੇ। ਜਿਵੇਂ ਤੁਹਾਨੂੰ ਜੈਨ ਧਰਮ ਵਾਲੇ ਦੱਸਿਆ, ਸਿੱਧੇ ਹੀ ਪੁਆਇੰਟ, ਜਿਵੇਂ ਪਹਿਲਾ ਮੂਲ ਸਚਾਈਆਂ ਹੋ ਗਿਆ, ਠੀਕ ਹੈ, ਦੂਜਾ ਅਸ਼ਟਮਾਰਗ ਹੋ ਗਿਆ, ਥਰਡ ਦੇ ਵਿੱਚ ਆ ਜਾਊਗਾ ਅਹਿੰਸਾ, ਫੋਰਥ ਦੇ ਵਿੱਚ ਕਰਮ ਸਿਧਾਂਤ, ਫਿਫਥ ਦੇ ਵਿੱਚ ਭਰਾਤਰੀ ਭਾਵ, ਅੱਗੇ ਹੈਗਾ ਸਿਕਸਥ ਦੇ ਵਿੱਚ ਨੈਤਿਕਤਾ, 7th ਆਤਮਦੀਪ, ਤੇ 8 ਨੰਬਰ ਨਿਰਵਾਣ, ਤੇ 8 ਤੋਂ ਬਾਅਦ ਸਿੱਧਾ 9 ਕਹਿਣਾ, ਠੀਕ ਹੈ। ਅਗਰ ਤੁਹਾਨੂੰ ਪੋਜ਼ਿਟਿਵ ਨੈਗੇਟਿਵ ਨਹੀਂ ਯਾਦ ਰਹਿੰਦੇ ਤਾਂ ਅਗਲੇ ਨੂੰ 1 ਨਹੀਂ ਕਹਿਣਾ, ਇਹਨੂੰ 9। ਇਹ ਨੰਬਰ 9 ਈਸ਼ਵਰ ਤੇ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਅਵਿਸ਼ਵਾਸ, ਨੰਬਰ 9 10 ਤਪੱਸਿਆ ਵਿੱਚ ਅਵਿਸ਼ਵਾਸ, ਤੇ 11 ਵੇਦਾਂ ਵਿੱਚ ਅਵਿਸ਼ਵਾਸ, 12 ਜੱਗਾਂ ਤੇ ਮੰਤਰਾਂ ਵਿੱਚ ਅਵਿਸ਼ਵਾਸ, 13 ਸੰਸਕ੍ਰਿਤ ਭਾਸ਼ਾ ਦੀ ਪਵਿੱਤਰਤਾ ਵਿੱਚ ਅਵਿਸ਼ਵਾਸ, ਠੀਕ ਹੈ। ਹਾਂਜੀ, ਹੁਣ ਆਪਾਂ ਜਿਹੜੇ ਕਿ ਕੁਐਸਚਨ ਕਰਦੇ ਆ ਇਹ ਇਹਨਾਂ ਦੀ ਟੀਚਿੰਗਸ। ਸਭ ਤੋਂ ਪਹਿਲਾਂ ਜਿਹੜੇ ਕਿ ਪੁਆਇੰਟ ਆ ਜਾਣਾ 4 ਮੂਲ ਸਚਾਈਆਂ, ਇਹਨਾਂ ਦੇ ਵਿੱਚੋਂ ਤੁਹਾਡੇ ਸ਼ਾਰਟ ਕੁਐਸਚਨ ਕਵਰ ਹੋ ਜਾਣਗੇ। ਮਹਾਤਮਾ ਬੁੱਧ ਨੇ ਉਪਦੇਸ਼ਾਂ ਦਾ ਪਹਿਲਾ ਸਿਧਾਂਤ ਕੀ ਸੀ ਕਿ 4 ਮੂਲ ਸਚਾਈਆਂ। ਉਹਨਾਂ ਦਾ ਪਹਿਲੀ ਸਚਾਈ ਕੀ ਸੀ ਕਿ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ। ਹਾਂਜੀ, ਪਹਿਲੀ ਸਚਾਈ ਕੀ ਸੀ, ਗ੍ਰੇਟ ਟਰੁੱਥ ਨੇ 4 ਗ੍ਰੇਟ ਟਰੁੱਥ, ਸੰਸਾਰ ਹੈ ਜਿਹੜੇ ਕਿ ਦੁੱਖਾਂ ਨਾਲ ਭਰਿਆ ਹੋਇਆ, ਤੇ ਜਨਮ ਦੁੱਖ ਹੈ, ਰੋਗ ਦੁੱਖ ਹੈ, ਵਿਛੋੜਾ ਦੁੱਖ ਹੈ। ਦੂਜੀ ਸਚਾਈ ਕੀ ਸੀ ਕਿ ਇਹਨਾਂ ਦੁੱਖਾਂ ਦਾ ਕਾਰਨ ਕੀ ਹੈ, ਲਾਲਸਾ ਤ੍ਰਿਸ਼ਨਾ, ਠੀਕ ਹੈ ਵੀ ਲਾਲਸਾ ਤ੍ਰਿਸ਼ਨਾ। ਹੁਣ ਲਾਲਸਾ 3 ਤਰ੍ਹਾਂ ਦੀ ਹੁੰਦੀ ਆ, ਇੱਕ ਹੁੰਦੀ ਹੈ ਸੁੱਖ ਦੀ ਲਾਲਸਾ, ਦੂਜਾ ਜੀਵਨ ਦੀ ਲਾਲਸਾ, ਤੀਜਾ ਵਧਣ ਫੁੱਲਣ ਦੀ ਲਾਲਸਾ। ਤੇ ਇਹਨਾਂ ਲਾਲਸਾਂ ਦਾ ਪੂਰਾ ਨਾ ਹੋਣ ਕਰਕੇ ਜਿਹੜੇ ਕਿ ਮਨੁੱਖ ਦੁਖੀ ਹੋ ਜਾਣਾ। ਤੀਜੀ ਸਚਾਈ ਕੀ ਸੀ ਕਿ ਲਾਲਸਾ ਦਾ ਜਿਹੜਾ ਦਮਨ ਆ ਉਹ ਕਰਨ ਦੇ ਨਾਲ ਦੁੱਖ ਦੂਰ ਹੋ ਜਾਣਗੇ। ਚੌਥੀ ਕੀ ਆ ਵੀ ਅੰਤਿਮ ਸਚਾਈ ਕੀ ਹੈ ਕਿ ਲਾਲਸਾ ਦਾ ਦਮਨ ਅਸ਼ਟਮਾਰਗ ਦੁਆਰਾ ਹੁੰਦਾ। ਪਹਿਲੀ ਕੀ ਆ ਕਿ ਜਿਹੜਾ ਕਿ ਮਨੁੱਖੀ ਜੀਵਨ ਦੁੱਖਾਂ ਨਾਲ ਭਰਿਆ ਹੋਇਆ, ਦੂਜੀ ਕੀ ਹੈ ਕਿ ਦੁੱਖਾਂ ਦਾ ਕਾਰਨ ਕੀ ਹੈ, ਲਾਲਸਾ, ਠੀਕ ਹੈ। ਥਰਡ ਕੀ ਹੈ ਕਿ ਜਿਹੜੇ ਕਿ ਲਾਲਸਾ ਦਾ ਦਮਨ ਕਰਨ ਨਾਲ, ਲਾਲਸਾ ਦੇ ਖਤਮ ਹੋਣ ਦੇ ਨਾਲ ਦੁੱਖ ਦੂਰ ਹੋ ਜਾਣਗੇ। ਫੋਰਥ ਕੀ ਹੈ ਕਿ ਜਿਹੜੇ ਕਿ ਲਾਲਸਾ ਦਾ ਦਮਨ ਕਿਹਦੇ ਰਾਹੀਂ ਹੋਊਗਾ, ਅਸ਼ਟਮਾਰਗ ਰਾਹੀਂ ਹੋਊਗਾ, ਠੀਕ ਹੈ। ਅੱਗੇ ਆਉਂਦਾ ਅਸ਼ਟਮਾਰਗ। ਅਸ਼ਟਮਾਰਗ ਜਿਸ ਨੂੰ ਮੱਧ ਮਾਰਗ ਵੀ ਕਿਹਾ ਜਾਂਦਾ, ਜਿਹਦੇ ਵਿੱਚ 8 ਸਿਧਾਂਤ ਨੇ। ਪਹਿਲਾ ਕੀ ਹੈ, ਸੱਚਾ ਵਿਸ਼ਵਾਸ, ਕਿ ਮਨੁੱਖ ਦਾ ਸੱਚਾ ਵਿਸ਼ਵਾਸ ਹੋਣਾ ਚਾਹੀਦਾ। ਲਾਲਸਾ ਦਾ ਦਮਨ ਕਰਨ ਨਾਲ ਹੀ ਮਨੁੱਖ ਦੇ ਦੁੱਖ ਦੂਰ ਹੋ ਸਕਦੇ ਨੇ, ਉਹਨੂੰ ਜਿਹੜੇ ਕਿ ਇਸ ਰਾਹ ਤੋਂ ਨਹੀਂ ਭਟਕਣਾ ਚਾਹੀਦਾ। ਸੱਚੇ ਵਿਚਾਰ, ਮਨੁੱਖ ਦੇ ਜਿਹੜੇ ਕਿ ਵਿਚਾਰ ਸੱਚੇ ਹੋਣੇ ਚਾਹੀਦੇ ਨੇ। ਫਾਲਤੂ ਰੀਤੀ ਰਿਵਾਜਾਂ ਜੱਗਾਵਲੀਆਂ ਵਿੱਚ ਉਹਦਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ, ਠੀਕ ਹੈ। ਤੇ ਸੰਸਾਰਿਕ ਬੁਰਾਈਆਂ ਤੋਂ ਦੂਰ ਰਹਿਣ ਬਾਰੇ ਸੋਚਣਾ ਚਾਹੀਦਾ। ਸੱਚਾ ਬਚਨ, ਮਨੁੱਖ ਦਾ ਜਿਹੜੇ ਕਿ ਬਚਨ ਪਵਿੱਤਰ ਹੋਣੇ ਚਾਹੀਦੇ ਨੇ, ਉਹਨੂੰ ਸੱਚ ਬੋਲਣਾ ਚਾਹੀਦਾ, ਦੂਜਿਆਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੱਚਾ ਕਰਮ, ਮਨੁੱਖ ਦੇ ਵਿਚਾਰ ਤੇ ਸੱਚੇ ਵਚਨ ਦੇ ਨਾਲ ਨਾਲ ਉਹਦੇ ਕਰਮ ਵੀ ਸ਼ੁੱਧ ਹੋਣੇ ਚਾਹੀਦੇ ਨੇ, ਤੇ ਉਹਨੂੰ ਚੋਰੀ, ਜੀਵ ਹੱਤਿਆ, ਨਸ਼ੀਲੀਆਂ ਵਸਤੂਆਂ ਦੇ ਸੰਸਾਰਿਕ ਭੋਗਾਂ ਤੋਂ ਦੂਰ ਰਹਿਣਾ ਚਾਹੀਦਾ, ਤੇ ਇਹਦੀ ਥਾਂ ਤੇ ਦਾਨ, ਦਿਆਲਤਾ, ਅਹਿੰਸਾ ਭਰਿਆ ਜੀਵਨ ਜਿਹੜੇ ਕਿ ਬਤੀਤ ਕਰਨਾ ਚਾਹੀਦਾ। ਤੇ ਸੱਚਾ ਰਹਿਣ ਸਹਿਣ, ਮਨੁੱਖ ਦਾ ਜੀਵਨ ਆ ਜਿਹੜੇ ਕਿ ਰਹਿਣ ਸਹਿਣ ਕਲੰਕ ਰਹਿਤ ਹੋਣਾ ਚਾਹੀਦਾ, ਸੱਚਾ ਹੋਣਾ ਚਾਹੀਦਾ, ਠੀਕ ਹੈ। ਤੇ ਉਹਨੂੰ ਆਪਣੀ ਰੋਜੀ ਰੋਟੀ ਵੀ ਨੇਕ ਕਮਾਈ ਦੁਆਰਾ ਕਮਾਉਣੀ ਚਾਹੀਦੀ ਆ। ਅੱਗੇ ਹੈ ਸੱਚਾ ਯਤਨ, ਮਨੁੱਖ ਦੇ ਜਿਹੜੇ ਯਤਨ ਵੀ ਉਹ ਵੀ ਸੱਚੇ ਹੋਣੇ ਚਾਹੀਦੇ ਨੇ, ਦੂਜਿਆਂ ਦੀ ਭਲਾਈ ਕਰਨ ਵਾਲੇ ਹੋਣੇ ਚਾਹੀਦੇ ਨੇ, ਆਪਣੇ ਆਪ ਨੂੰ ਸ਼ੁੱਧ ਰੱਖਣ ਵਾਲੇ ਹੋਣੇ ਚਾਹੀਦੇ ਨੇ। ਸੱਚੀ ਸਮ੍ਰਿਤੀ, ਹਾਂਜੀ, ਮਨੁੱਖ ਦੇ ਮਨ ਦੇ ਵਿੱਚ ਸ਼ੁੱਧ ਵਿਚਾਰ ਸਮਾ ਜਾਣੇ ਚਾਹੀਦੇ ਨੇ, ਤੇ ਉਹਨੂੰ ਬੁਰੀਆਂ ਗੱਲਾਂ ਭੁੱਲ ਕੇ ਕੇਵਲ ਸੱਚੀਆਂ ਗੱਲਾਂ ਦਾ ਹੀ ਚਿੰਤਨ ਕਰਨਾ ਚਾਹੀਦਾ, ਸੱਚੀਆਂ ਗੱਲਾਂ ਦੀ ਸਮ੍ਰਿਤੀ ਕਰਨੀ ਚਾਹੀਦੀ ਆ। ਸੱਚੀ ਸਮਾਧੀ, ਮਨੁੱਖ ਨੂੰ ਸੰਸਾਰਿਕ ਮੋਹ ਮਾਇਆ ਤੋਂ ਦੂਰ ਹੋ ਕੇ ਸੱਚੀ ਸਮਾਧੀ ਦੇ ਵਿੱਚ ਆਪਣਾ ਮਨ ਲਗਾਉਣਾ ਚਾਹੀਦਾ। ਇਹਨਾਂ ਸਾਰਿਆਂ ਨੂੰ ਆਪਾਂ ਅਸ਼ਟਮਾਰਗ ਜਾਂ ਮੱਧ ਮਾਰਗ ਕਿਹਾ ਜਾਂਦਾ। ਉਸ ਤੋਂ ਅਗਲਾ ਹੈਗਾ ਅਹਿੰਸਾ। ਹਾਂਜੀ, ਅਹਿੰਸਾ ਦੋਨੇ ਧਰਮਾਂ ਦੇ ਵਿੱਚ ਆਉਂਦੀ ਆ। ਅਹਿੰਸਾ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਇੱਕ ਸਿਧਾਂਤ ਆ। ਉਹਨਾਂ ਦੇ ਵਿਸ਼ਵਾਸ ਸੀ ਕਿ ਮਨੁੱਖ ਨੂੰ ਸਾਰੇ ਜੀਵਾਂ, ਮਨੁੱਖਾਂ, ਪਸ਼ੂ ਪੰਛੀਆਂ ਨਾਲ ਪਿਆਰ ਨਾਲ ਰਹਿਣਾ ਚਾਹੀਦਾ, ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ, ਤੇ ਨਾ ਹੀ ਉਹਨਾਂ ਨੂੰ ਕਿਸੇ ਤੋਂ ਮਰਵਾਉਣਾ ਚਾਹੀਦਾ। ਤੇ ਜੋ ਲੋਕ ਹੱਤਿਆ ਕਰਦੇ ਨੇ ਉਹਨਾਂ ਦੀ ਜਿਹੜੀ ਕਿ ਸਿਫਤ ਨਹੀਂ ਕਰਨੀ ਚਾਹੀਦੀ, ਤੇ ਨਾ ਹੀ ਉਹਨਾਂ ਨੂੰ ਆਪਾਂ ਕਹਿ ਸਕਦੇ ਕਿ ਉਹ ਤਾਕਤਵਰ ਨੇ। ਤੇ ਬਲਵਾਨ ਜਾਂ ਬਲਹੀਨ ਜੰਤੂਆਂ ਦੇ ਮਾਰਨ ਵਾਲਿਆਂ ਦਾ ਵਿਰੋਧ ਕਰਨਾ ਚਾਹੀਦਾ, ਠੀਕ ਹੈ। ਤੇ ਮਹਾਤਮਾ ਬੁੱਧ ਨੇ ਪਸ਼ੂਆਂ ਦਾ ਮਾਸ ਖਾਣ ਦੀ ਵੀ ਨਿਖੇਧੀ ਕੀਤੀ ਆ। ਅੱਗੇ ਹੈਗਾ ਕਰਮ ਸਿਧਾਂਤ। ਹਾਂਜੀ, ਉੱਤਰ ਵੈਦਿਕ ਕਾਲ ਦੇ ਵਿੱਚ ਹਿੰਦੂ ਧਰਮ ਵਾਂਗ ਮਹਾਤਮਾ ਬੁੱਧ ਨੇ ਵੀ ਕਰਮ ਸਿਧਾਂਤ ਉੱਤੇ ਜ਼ੋਰ ਦਿੱਤਾ। ਇਹ ਉਵੇਂ ਹੈ, ਸੇਮ ਸਿੰਪਲ ਪੁਆਇੰਟ। ਹੈਡਿੰਗ ਤੁਹਾਡੇ ਵੱਧ ਤੋਂ ਵੱਧ ਯਾਦ ਹੋਣੇ ਚਾਹੀਦੇ ਨੇ, ਵਿੱਚੋਂ ਤੁਸੀਂ ਆਪਣੇ ਵਰਡਿੰਗ ਦੇ ਵਿੱਚ ਵੀ ਮਟੀਰੀਅਲ ਲਿਖ ਸਕਦੇ ਹੋ। ਹਾਂਜੀ, ਕਰਮ ਸਿਧਾਂਤ ਕੀ ਹੈ ਵੀ ਜਿਵੇਂ ਦਾ ਆਪਾਂ ਕਰਮ ਕਰਾਂਗੇ ਆਪਾਂ ਨੂੰ ਉਵੇਂ ਦੇ ਜਿਹੜੇ ਕਿ ਫਲ ਮਿਲਦਾ। ਜੇ ਆਪਾਂ ਮਾੜੇ ਕਰਮ ਕਰਾਂਗੇ ਤਾਂ ਆਪਾਂ ਨੂੰ ਮਾੜਾ ਫਲ, ਠੀਕ ਹੈ। ਆਪਣੇ ਕਰਮ ਉਵੇਂ ਦੇ ਨਿਰਧਾਰਿਤ ਹੋਣਗੇ। ਜੇ ਆਪਾਂ ਸਹੀ ਕਰਾਂਗੇ ਤਾਂ ਆਪਣਾ ਵਰਤਮਾਨ ਤੇ ਭਵਿੱਖ ਜਿਹੜੇ ਕਿ ਸਹੀ ਹੋਊਗਾ, ਠੀਕ ਹੈ। ਵਰਤਮਾਨ ਜੀਵਨ ਦੇ ਅਨੁਸਾਰ ਹੀ ਆਪਣਾ ਭਵਿੱਖ ਨਿਰਧਾਰਿਤ ਹੁੰਦਾ ਵੀ ਜੇ ਵਰਤਮਾਨ ਸਮਾਂ ਆਪਾਂ ਵਧੀਆ ਕਰ ਰਹੇ ਹਾਂ, ਕਰਮ ਵਧੀਆ ਕਰ ਰਹੇ ਹਾਂ, ਤਾਂ ਆਪਣਾ ਭਵਿੱਖ ਆਉਣ ਵਾਲਾ ਸਹੀ ਹੋਊਗਾ, ਠੀਕ ਹੈ। ਤੇ ਕੇਵਲ ਮਨੁੱਖ ਤੇ ਨਹੀਂ, ਇਹ ਉਹ ਕਹਿੰਦੇ ਨੇ ਕਿ ਪਸ਼ੂਆਂ ਤੇ ਵੀ ਇਹ ਚੀਜ਼ ਲਾਗੂ ਹੁੰਦੀ ਹੈ। ਤੇ ਮਹਾਤਮਾ ਬੁੱਧ ਨੇ ਪ੍ਰਚਲਿਤ ਸਿਧਾਂਤ ਨੂੰ ਸਵੀਕਾਰ ਕੀਤਾ, ਤੇ ਉਹਨਾਂ ਨੇ
ਭਵਿੱਖ ਸੁਧਾਰਨ ਲਈ ਜਿਹੜੇ ਕਿ ਸ਼ੁੱਧ ਕਰਮ ਕਰਨ ਉੱਤੇ ਵਿਸ਼ਵਾਸ ਪ੍ਰਗਟਾਇਆ। ਅੱਗੇ ਹੈਗਾ ਭਰਾਤਰੀ ਭਾਵ। ਮਹਾਤਮਾ ਬੁੱਧ ਨੇ ਭਰਾਤਰੀ ਭਾਵ ਦੇ ਸਿਧਾਂਤ ਦਾ ਪ੍ਰਚਾਰ ਕੀਤਾ। ਉਹਨਾਂ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਆਪਣਾ ਭਰਾ ਬਣ ਕੇ ਜਿਹੜੇ ਕਿ ਰਹਿਣਾ ਚਾਹੀਦਾ, ਭਾਵ ਕਿ ਸਾਰਿਆਂ ਨਾਲ ਮੇਲ ਜੋਲ ਨਾਲ ਰਹਿਣਾ ਚਾਹੀਦਾ। ਤੇ ਜਿੱਥੇ ਕਿਤੇ ਵੀ ਉਹ ਗਏ ਉਹਨਾਂ ਨੇ ਸਾਰਿਆਂ ਨੂੰ ਇਹੀ ਉਪਦੇਸ਼ ਦਿੱਤਾ ਕਿ ਆਪਸ ਦੇ ਵਿੱਚ ਲੜਾਈ ਝਗੜੇ ਛੱਡ ਕੇ ਇੱਕ ਦੂਜੇ ਨਾਲ ਪ੍ਰੇਮ ਭਾਵ ਤੇ ਹਮਦਰਦੀ ਭਰਿਆ ਜਿਹੜੇ ਕਿ ਵਤੀਰਾ ਕਰਨਾ ਚਾਹੀਦਾ, ਕਿਸੇ ਦੇ ਮਨ ਨੂੰ ਨਹੀਂ ਦਿਖਾਉਣਾ ਚਾਹੀਦਾ। ਤੇ ਮਹਾਤਮਾ ਬੁੱਧ ਨੇ ਆਪ ਵੀ ਉੱਚੀਆਂ ਤੇ ਨੀਵੀਆਂ ਜਾਤੀਆਂ ਦੇ ਸਾਰੇ ਲੋਕਾਂ ਨੂੰ ਪ੍ਰੇਮ ਤੇ ਨਿਮਰਤਾ ਦਾ ਸਲੂਕ ਆ ਜਿਹੜੇ ਕਿ ਕਰਕੇ ਇੱਕ ਉੱਚਾ ਉਦਾਹਰਨ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਅੱਗੇ ਹੈ ਨੈਤਿਕਤਾ। ਹਾਂਜੀ, ਇਹ ਵਾਲਾ ਪੁਆਇੰਟ ਜਿਹੜੇ ਕਿ ਜੈਨ ਧਰਮ ਦੇ ਵਿੱਚ ਵੀ ਆਉਂਦਾ, ਸਿੰਪਲ ਸਾਰੀਆਂ ਰਿਲੇਟਡ ਨੇ ਇੱਕ ਦੂਜੇ ਨਾਲ। ਮਹਾਤਮਾ ਬੁੱਧ ਨੇ ਨੈਤਿਕਤਾ ਦੇ ਸਿਧਾਂਤਾਂ ਉੱਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਨੈਤਿਕਤਾ ਕੀ ਹੁੰਦੀ ਆ, ਕਿ ਮਨੁੱਖ ਨੂੰ ਸ਼ੁੱਧ ਵਿਚਾਰ ਰੱਖਣੇ ਚਾਹੀਦੇ ਨੇ, ਸ਼ੁੱਧ ਵਚਨ ਹੋਣੇ ਚਾਹੀਦੇ ਨੇ, ਸ਼ੁੱਧ ਕਰਮ, ਸ਼ੁੱਧ ਰਹਿਣ ਸਹਿਣ, ਇਹ ਸਾਰੇ ਜਿਹੜੇ ਕਿ ਅਸ਼ਟ ਦੇ 8 ਮਾਰਗ ਜਿਹੜੇ ਕਿ ਇਹ ਨੈਤਿਕਤਾ ਦੇ ਹੀ ਨਿਯਮਾਂ ਦੀ ਪਾਲਣਾ ਕਰਨ ਵਾਲੇ ਨੇ। ਠੀਕ ਹੈ, ਤੇ ਮਨੁੱਖ ਨੂੰ ਭੋਗ ਵਿਲਾਸ ਦਾ ਜੀਵਨ ਬਤੀਤ ਨਹੀਂ ਕਰਨਾ ਚਾਹੀਦਾ, ਨਸ਼ਾ ਨਹੀਂ ਕਰਨਾ ਚਾਹੀਦਾ, ਝੂਠ ਤੇ ਦੂਜਿਆਂ ਨੂੰ ਕਸ਼ਟ ਦੇਣ ਵਾਲੀਆਂ ਬੁਰੀਆਂ ਆਦਤਾਂ ਤੋਂ ਬਚ ਕੇ ਰਹਿਣਾ ਚਾਹੀਦਾ। ਅੱਗੇ ਹੈਗਾ ਆਤਮਦੀਪ। ਹਾਂਜੀ, ਸੈਲਫ ਅਲਾਈਨਮੈਂਟ। ਆਤਮਦੀਪ ਜਿਹੜਾ ਕਿ ਆਪਾਂ ਨੇ ਉਹਦੇ ਵਿੱਚ ਕੀਤਾ ਸੀ, ਇਹ ਜਿਹੜਾ ਕਿ ਅਸ਼ੋਕ ਦੇ ਧੰਮ ਦੇ ਸਿਧਾਂਤਾਂ ਦੇ ਵਿੱਚ। ਠੀਕ ਹੈ, ਆਤਮਦੀਪ ਕੀ ਆ, ਆਪਣੇ ਆਪ ਨੂੰ ਐਨਾਲਾਈਜ਼ ਕਰਨਾ, ਸੈਲਫ ਐਨਾਲਾਈਜ਼ ਕਰਨਾ। ਠੀਕ ਹੈ, ਆਪਣੇ ਭਾਵ ਕਿ ਆਪਣੇ ਆਪ ਨੂੰ ਐਨਾਲਾਈਜ਼ ਕਰਨਾ ਚਾਹੀਦਾ ਕਿ ਉਹਨਾਂ ਨੇ ਕੀ ਚੰਗਾ ਕੀਤਾ, ਕੀ ਬੁਰਾ ਕੀਤਾ। ਠੀਕ ਹੈ, ਜਦੋਂ ਕੋਈ ਵੀ ਇਨਸਾਨ ਇਸ ਤਰੀਕੇ ਨਾਲ ਐਨਾਲਾਈਜ਼ ਕਰੂਗਾ ਤਾਂ ਉਹਦੇ ਨਾਲ ਜਿਹੜੇ ਕਿ ਉਹਦੇ ਮਨ ਦੇ ਵਿੱਚ ਜਿਹੜੀਆਂ ਬੁਰਾਈਆਂ ਨੇ ਉਹ ਆਉਣੀਆਂ ਹਟ ਜਾਂਦੀਆਂ ਨੇ, ਕਿਉਂਕਿ ਉਹਨੂੰ ਐਨਾਲਾਈਜ਼ ਹੁੰਦਾ, ਉਹਨੂੰ ਮਨ ਇੱਕ ਵਾਰ ਜ਼ਰੂਰ ਆਪਣੀ ਆਤਮਾ ਕਹਿੰਦੀ ਆ, ਅਗਰ ਤੁਸੀਂ ਕੁਝ ਵੀ ਗਲਤ ਕਰਦੇ ਵੀ ਇਹ ਚੀਜ਼ ਗਲਤ ਸੀ, ਠੀਕ ਹੈ, ਆਤਮਾ ਜ਼ਰੂਰ ਕਹਿੰਦੀ ਆ, ਤਾਂ ਫਿਰ ਤੁਸੀਂ ਉਸ ਤੋਂ ਸੇਧ ਲੈਣੇ ਵੀ ਐਵੇਂ ਨਹੀਂ ਕਰਾਂਗੇ ਅੱਗੇ ਤੋਂ। ਠੀਕ ਹੈ, ਅਗਰ ਤੁਸੀਂ ਕੁਝ ਚੰਗਾ ਕੀਤਾ ਤਾਂ ਤੁਹਾਡੀ ਆਤਮਾ ਖੁਦ ਨੂੰ ਤੁਹਾਨੂੰ ਪ੍ਰਾਊਡ ਫੀਲ ਕਰਵਾਉਗੀ ਵੀ ਹਾਂ ਠੀਕ ਹੈ, ਫਿਰ ਤੁਸੀਂ ਆਪਾਂ ਉਵੇਂ ਹੀ ਅੱਗੇ ਜਿਹੜੇ ਕਿ ਕਰਦੇ ਆ। ਠੀਕ ਹੈ, ਇਹ ਹੁੰਦਾ ਆਤਮਦੀਪ। ਤੇ ਨੈਕਸਟ ਹੈ ਨਿਰਵਾਣ। ਹਾਂਜੀ, ਨਿਰਵਾਣ ਦੀ ਪ੍ਰਾਪਤੀ ਸਭ ਤੋਂ ਉੱਤਮ ਲਕਸ਼ ਸੀ। ਮਹਾਤਮਾ ਬੁੱਧ ਨੇ ਕਿਹਾ, ਲੋਕਾਂ ਦੇ ਸਾਹਮਣੇ ਇਹ ਚੀਜ਼ ਰੱਖੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਕਿ ਅੰਤਿਮ ਉਦੇਸ਼ ਮੌਤ ਤੋਂ ਬਾਅਦ ਜਿਹੜੇ ਕਿ ਸਵਰਗ ਦੀ ਪ੍ਰਾਪਤੀ ਨਹੀਂ, ਕਿਉਂਕਿ ਉਹ ਨਰਕ ਸਵਰਗ ਦੀਆਂ ਕਾਲਪਨਿਕ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ। ਉਹਨਾਂ ਨੇ ਦੱਸਿਆ ਕਿ ਉਪਰੋਕਤ ਸਿਧਾਂਤਾਂ ਦੇ ਅਨੁਸਾਰ ਚੱਲਣ ਦੇ ਨਾਲ ਇਸ ਜੀਵਨ ਦੇ ਵਿੱਚ ਹੀ ਨਿਰਵਾਣ ਦੀ ਪ੍ਰਾਪਤੀ ਹੋ ਜਾਣੀ, ਨਾ ਕਿ ਮੌਤ ਤੋਂ ਬਾਅਦ। ਠੀਕ ਹੈ, ਭਾਵ ਕਿ ਇਸ ਜੀਵਨ ਦੇ ਵਿੱਚ ਜਦੋਂ ਤੁਸੀਂ ਇਹ ਸਿਧਾਂਤ ਲਾਗੂ ਕਰ ਲਏ ਤਾਂ ਤੁਹਾਨੂੰ ਇਸੇ ਜਨਮ ਦੇ ਵਿੱਚ ਹੀ ਨਿਰਵਾਣ ਪ੍ਰਾਪਤ ਹੋ ਜਾਊਗਾ। ਨਿਰਵਾਣ ਤੋਂ ਭਾਵ ਹੈ ਅਰਥਾਤ ਮਨ ਦੀ ਪੂਰਨ ਤੇ ਅਮਿੱਟ ਸ਼ਾਂਤੀ ਦੀ ਅਵਸਥਾ। ਠੀਕ ਹੈ, ਜਿਸ ਨੂੰ ਮਹਾਤਮਾ ਬੁੱਧ ਨੇ ਆਪਣੇ ਜੀਵਨ ਕਾਲ ਦੇ ਵਿੱਚ ਪ੍ਰਾਪਤ ਕੀਤਾ ਸੀ। ਤੇ ਨਿਰਵਾਣ ਦੀ ਮਨੁੱਖ ਦੇ ਅੰਦਰ ਸਵਰਗ ਦੇ ਆਗਮਨ ਦੇ ਨਾਲ ਤੁਲਨਾ ਕੀਤੀ ਗਈ ਹੈ। ਅੱਗੇ ਹੈਗਾ, ਹਾਂਜੀ, ਇਹਨਾਂ ਤੋਂ ਅਗਲਾ ਤਾਂ ਜੇ ਤਾਂ ਤੁਹਾਨੂੰ ਪੁਆਇੰਟ ਯਾਦ ਰਹਿੰਦੇ ਨੇ ਕਿ ਪੋਜ਼ਿਟਿਵ ਨੈਗੇਟਿਵ ਫਿਰ ਤਾਂ ਠੀਕ ਆ, ਜੇ ਨਹੀਂ 8 ਤੋਂ ਬਾਅਦ ਤੁਸੀਂ ਸਿੱਧਾ ਇਹਨੂੰ 9 ਨੰਬਰ ਦੇ ਦੇਣਾ। ਠੀਕ ਹੈ, 9 ਨੰਬਰ ਤੇ ਈਸ਼ਵਰ ਤੇ ਦੇਵੀ ਦੇਵਤੇ ਦੀ ਪੂਜਾ ਵਿੱਚ ਅਵਿਸ਼ਵਾਸ। ਹਾਂਜੀ, ਮਹਾਤਮਾ ਬੁੱਧ ਨੇ ਜਿਹੜੇ ਕਿ ਪ੍ਰਚਲਿਤ ਉਸ ਸਮੇਂ ਦੇ ਵਿੱਚ ਜਿਹੜੇ ਸਿਧਾਂਤ ਸੀ ਉਹਨਾਂ ਦੇ ਵਿੱਚ ਅਵਿਸ਼ਵਾਸ ਪ੍ਰਗਟ ਕੀਤਾ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਈਸ਼ਵਰ ਦੀ ਹੋਂਦ ਨੂੰ ਸਪਸ਼ਟ ਰੂਪ ਦੇ ਵਿੱਚ ਨਹੀਂ ਮੰਨਿਆ ਤੇ ਨਾ ਹੀ ਉਹ ਰੱਬ ਦੀ ਜਾਂ ਦੇਵੀ ਦੇਵਤੇ ਦੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸੀ। ਠੀਕ ਹੈ, ਅਸਲ ਦੇ ਵਿੱਚ ਈਸ਼ਵਰ ਬਾਰੇ ਜਿਹੜੇ ਕਿ ਉਹਨਾਂ ਨੇ ਕੁਝ ਨਹੀਂ ਕਿਹਾ, ਕਿਉਂਕਿ ਉਹ ਇਸ ਸੰਬੰਧ ਦੇ ਵਿੱਚ ਜਿਹੜੇ ਕਿ ਅਸਲ ਦੇ ਵਿੱਚ ਫਜ਼ੂਲ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਸੀ, ਪਰੰਤੂ ਉਹ ਇਹ ਜ਼ਰੂਰ ਮੰਨਦੇ ਸੀ ਕਿ ਅਜਿਹੀ ਕੋਈ ਸ਼ਕਤੀ ਆ ਜਿਸ ਦੇ ਨਾਲ ਸੰਸਾਰ ਚੱਲਦਾ ਤੇ ਇਸ ਨੂੰ ਉਹ ਧਰਮ ਕਹਿੰਦੇ ਸੀ। ਠੀਕ ਹੈ, ਭਾਵ ਕਿ ਬਸ ਤੁਸੀਂ ਇਹਨੂੰ ਇੰਨਾ ਕੁ ਯਾਦ ਰੱਖੋ ਕਿ ਵਰਧਮਾਨ ਮਹਾਵੀਰ ਦੇ ਸਿੱਖਿਆਵਾਂ ਦੇ ਵਿੱਚ ਈਸ਼ਵਰ ਤੇ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਉਹਨਾਂ ਨੇ ਅਵਿਸ਼ਵਾਸ ਪ੍ਰਗਟ ਕੀਤਾ। ਠੀਕ ਹੈ, ਨੈਕਸਟ ਹੈਗਾ ਤਪੱਸਿਆ ਵਿੱਚ ਅਵਿਸ਼ਵਾਸ। ਵਰਧਮਾਨ ਮਹਾਵੀਰ ਨੇ ਤਾਂ ਜਿਹੜੇ ਕਿ ਕਠੋਰ ਤਪੱਸਿਆ ਕਰਨ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ। ਉਹਨਾਂ ਨੇ ਤਾਂ ਕਿਹਾ ਕਿ ਕਠੋਰ ਤਪੱਸਿਆ ਕਰਨੀ ਚਾਹੀਦੀ ਆ। ਠੀਕ ਆ, ਵਰਧਮਾਨ ਮਹਾਵੀਰ ਨੇ, ਬਟ ਮਹਾਤਮਾ ਬੁੱਧ ਨੇ ਕੀ ਕਿਹਾ ਵੀ ਕਠੋਰ ਤਪੱਸਿਆ ਜਿਹੜੀ ਕਿ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਇਸ ਦੇ ਵਿੱਚ ਅਵਿਸ਼ਵਾਸ ਪ੍ਰਗਟ ਕੀਤਾ। ਠੀਕ ਹੈ, ਉਹਨਾਂ ਨੇ ਖੁਦ ਉਰਵਲਾ ਦੇ ਜੰਗਲਾਂ ਦੇ ਵਿੱਚ 6 ਸਾਲ ਕਠੋਰ ਤਪੱਸਿਆ ਕੀਤੀ ਸੀ, ਪਰੰਤੂ ਉਹਨਾਂ ਨੂੰ ਵਿਅਰਥ ਪਾਇਆ ਗਿਆ ਉਸ ਨੂੰ। ਠੀਕ ਹੈ, ਤਪੱਸਿਆ ਨੂੰ ਭਾਵ ਕਿ ਉਹਨਾਂ ਨੂੰ ਕੁਝ ਹਾਸਿਲ ਨਹੀਂ ਹੋਇਆ। ਇਸ ਲਈ ਉਹਨਾਂ ਨੇ ਫਿਰ ਆਪਣੇ ਅਨੁਯਾਈਆਂ ਨੂੰ ਉਪਦੇਸ਼ ਦਿੱਤਾ ਕਿ ਸੰਸਾਰ ਜਾਂ ਗ੍ਰਹਿਸਥ ਨੂੰ ਤਿਆਗਣ ਦੀ ਜ਼ਰੂਰਤ ਨਹੀਂ, ਸੰਸਾਰ ਦੇ ਵਿੱਚ ਰਹਿੰਦੇ ਹੋਏ ਹੀ ਜਿਹੜਾ ਇਹ ਅਸ਼ਟ ਮਾਰਗ 8 ਸਿਧਾਂਤ ਨੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਓ ਤਾਂ ਤੁਹਾਨੂੰ ਨਿਰਵਾਣ ਦੀ ਪ੍ਰਾਪਤੀ ਹੋ ਜੂਗੀ। ਠੀਕ ਹੈ, ਤੇ ਇਹਦੇ ਨਾਲ ਉਹਨਾਂ ਨੇ ਤਪੱਸਿਆ ਦੀ ਪ੍ਰਥਾ ਉੱਤੇ ਜਿਹੜਾ ਉੱਤਰ ਵੈਦੀ ਕਾਲ ਤੋਂ ਹਰਮਨ ਪਿਆਰੀ ਬਣੀ ਆ ਰਹੀ ਸੀ ਇਹ ਪ੍ਰਥਾ, ਉਹਦਾ ਵਿਰੋਧ ਕੀਤਾ। ਤੇ ਅੱਗੇ ਹੈਗਾ ਜਾਤੀ ਪ੍ਰਥਾ ਵਿੱਚ ਅਵਿਸ਼ਵਾਸ। ਹਾਂਜੀ, ਇਹ ਤਾਂ ਦੋਨਾਂ ਦੇ ਵਿੱਚ ਕਾਮਨ ਪੁਆਇੰਟ ਆ। ਉੱਤਰ ਵੈਦੀ ਕਾਲ ਤੋਂ ਜਿਹੜੇ ਹਿੰਦੂ ਸਮਾਜ 4 ਜਾਤੀਆਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ, ਜਿਹਦੇ ਵਿੱਚ ਜਿਹੜੇ ਕਿ ਬ੍ਰਾਹਮਣਾਂ ਨੂੰ ਜ਼ਿਆਦਾ ਅਧਿਕਾਰ ਸੀ, ਸ਼ੂਦਰਾਂ ਨੂੰ ਬਹੁਤ ਘੱਟ ਦਰਜੇ ਦਾ ਸਮਝਿਆ ਜਾਂਦਾ ਸੀ। ਤੇ ਮਹਾਤਮਾ ਬੁੱਧ ਨੇ ਜਾਤੀ ਦੇ ਇਸ ਭੇਦਭਾਵ ਉੱਤੇ ਅਵਿਸ਼ਵਾਸ ਪ੍ਰਗਟ ਕੀਤਾ, ਇਹਦਾ ਖੰਡਨ ਕੀਤਾ। ਉਹਨਾਂ ਨੇ ਇਸ ਪ੍ਰਚਲਿਤ ਵਿਚਾਰ ਦਾ ਖੰਡਨ ਕਰਕੇ ਸ਼ੂਦਰਾਂ ਦੀ ਆਤਮਾ ਦੀ ਮੁਕਤੀ
ਜਿਹੜੇ ਕਿ ਨਹੀਂ ਹੋ ਸਕਦੀਆਂ, ਭਾਵ ਕਿ ਉਹ ਪਹਿਲਾਂ ਇਹ ਵਿਚਾਰ ਪ੍ਰਚਲਿਤ ਸੀ ਕਿ ਸ਼ੂਦਰ ਜਿਹੜੇ ਕਿ ਨੀਵੀਂ ਕਾਸਟ ਦੇ ਵਿੱਚੋਂ ਨੇ ਤੇ ਉਹਨਾਂ ਨੂੰ ਉਹਨਾਂ ਦੀ ਆਤਮਾ ਦੀ ਮੁਕਤੀ ਨਹੀਂ ਹੋ ਸਕਦੀ। ਬਟ ਉਹਨਾਂ ਨੇ ਕਿਹਾ ਕਿ ਇਹ ਚੀਜ਼ ਗਲਤ ਹੈ। ਮਹਾਤਮਾ ਬੁੱਧ ਨੇ ਉਹਨਾਂ ਨੇ ਕਿਹਾ ਕਿ ਉਹ ਵੀ ਆਪਣੇ ਪਵਿੱਤਰ ਜੀਵਨ ਨੂੰ ਜਿਹੜੇ ਕਿ ਆਪਣਾ ਜੀਵਨ ਨੂੰ ਪਵਿੱਤਰ ਬਣਾ ਸਕਦੇ ਨੇ ਅਸ਼ਟ ਮਾਰਗ ਰਾਹੀਂ। ਠੀਕ ਹੈ, ਅਸ਼ਟ ਮਾਰਗ ਨੂੰ ਚੱਲ ਕੇ ਉਹ ਵੀ ਆਪਣੇ ਜੀਵਨ ਨੂੰ ਪਵਿੱਤਰ ਬਣਾ ਸਕਦੇ ਨੇ ਅਸ਼ਟ ਮਾਰਗ ਰਾਹੀਂ, ਚਾਹੇ ਉਹ ਬ੍ਰਾਹਮਣ ਆ ਚਾਹੇ ਸ਼ੂਦਰ ਆ, ਉਹਨੂੰ ਨਿਰਵਾਣ ਦੀ ਪ੍ਰਾਪਤੀ ਹੋਊਗੀ। ਠੀਕ ਹੈ, ਤੇ ਅਗਲਾ ਹੈਗਾ ਵੇਦਾਂ ਵਿੱਚ ਅਵਿਸ਼ਵਾਸ। ਮਹਾਤਮਾ ਬੁੱਧ ਨੇ ਜਿਹੜਾ ਪਹਿਲਾਂ ਪ੍ਰਚਲਿਤ ਸੀ ਕਿ ਬ੍ਰਾਹਮਣ ਧਰਮ ਦੇ ਅਨੁਸਾਰ ਵੇਦਾਂ ਨੂੰ ਪਵਿੱਤਰ ਮੰਨਿਆ ਜਾਂਦਾ ਸੀ ਤੇ ਵੇਦਾਂ ਨੂੰ ਪੜ੍ਹਨ ਦਾ ਤੇ ਉਹਦਾ ਮੰਤਰ ਉਚਾਰਨ ਦਾ ਹੱਕ ਸਿਰਫ ਬ੍ਰਾਹਮਣਾਂ ਨੂੰ ਸੀ, ਜਿਸ ਕਰਕੇ ਉਹਨਾਂ ਨੇ ਇਸ ਦਾ ਵੀ ਜਿਹੜੇ ਕਿ ਅਵਿਸ਼ਵਾਸ ਪ੍ਰਗਟ ਕੀਤਾ। ਉਹਨਾਂ ਨੇ ਜਿਹੜੇ ਕਿ ਇਸ ਦੇ ਵਿੱਚ ਕੋਈ ਵਿਸ਼ਵਾਸ ਪ੍ਰਗਟਾਇਆ ਨਾ। ਠੀਕ ਹੈ, ਤੇ ਉਸ ਤੋਂ ਹੈ ਜੱਗਾਂ ਤੇ ਮੰਤਰਾਂ ਵਿੱਚ ਉਚਾਰਨ ਵਿੱਚ ਅਵਿਸ਼ਵਾਸ। ਤੁਹਾਨੂੰ ਹੈਡਿੰਗ ਯਾਦ ਰਹਿ ਗਏ ਨੇ ਵਿੱਚੋਂ, ਤਾਂ ਬੇਸ਼ੱਕ ਤੁਸੀਂ 2-3 ਲਾਈਨਾਂ ਲਿਖ ਦਿਓ ਤਾਂ ਵੀ ਸਫੀਸ਼ੈਂਟ ਹੈ। ਠੀਕ ਹੈ, ਹਿੰਦੂ ਧਰਮ ਦੇ ਵਿੱਚ ਉਸ ਸਮੇਂ ਦੇਵਤਿਆਂ ਨੂੰ ਪ੍ਰਸੰਨ ਕਰਨ ਦੇ ਲਈ ਬਹੁਤ ਸਾਰੇ ਯੱਗ ਕੀਤੇ ਜਾਂਦੇ ਸੀ ਤੇ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਮੰਤਰ ਉਚਾਰੇ ਜਾਂਦੇ ਸੀ। ਬਟ ਮਹਾਤਮਾ ਬੁੱਧ ਨੇ ਇਹਨਾਂ ਸਾਰੇ ਚੀਜ਼ਾਂ ਨੂੰ ਵਿਅਰਥ ਦੱਸਿਆ, ਇਹਨਾਂ ਦੇ ਵਿੱਚ ਕੋਈ ਵੀ ਵਿਸ਼ਵਾਸ ਪ੍ਰਗਟ ਨਹੀਂ ਕੀਤਾ ਤੇ ਉਹ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ ਸੀ ਤੇ ਜੱਗਾਂ ਵਿੱਚ ਪਸ਼ੂਆਂ ਦੀ ਬਲੀ ਦੇਣ ਦੇ ਵੀ ਵਿਰੋਧ ਕਰਦੇ ਸੀ। ਠੀਕ ਹੈ, ਮੰਤਰ ਉਚਾਰਨ ਨੂੰ ਵੀ ਉਹ ਫਜ਼ੂਲ ਸਮਝਦੇ ਸੀ। ਹਾਂਜੀ, ਅੱਗੇ ਹੈ ਸੰਸਕ੍ਰਿਤ ਭਾਸ਼ਾ ਦੀ ਪਵਿੱਤਰਤਾ ਵਿਸ਼ਵਾਸ। ਮਹਾਤਮਾ ਬੁੱਧ ਜਿਹੜੇ ਕਿ ਸੰਸਕ੍ਰਿਤ ਭਾਸ਼ਾ ਦੀ ਪਵਿੱਤਰਤਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ, ਕਿਉਂਕਿ ਉਹ ਉਸ ਸਮੇਂ ਮੰਨਿਆ ਜਾਂਦਾ ਸੀ ਕਿ ਸੰਸਕ੍ਰਿਤ ਭਾਸ਼ਾ ਜਿਹੜੇ ਕਿ ਧਰਮ ਦੀ ਭਾਸ਼ਾ, ਜਿਸ ਕਰਕੇ ਉਹਨੂੰ ਬ੍ਰਾਹਮਣ ਹੀ ਪੜ੍ਹ ਸਕਦੇ ਨੇ। ਬਟ ਮਹਾਤਮਾ ਬੁੱਧ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਐਵੇਂ ਹੀ ਜੈਨ ਧਰਮ ਦੇ ਵਿੱਚ ਕੀਤਾ ਗਿਆ ਸੀ। ਠੀਕ ਹੈ, ਉਹਨਾਂ ਨੇ ਵਿਚਾਰ ਸੀ ਕਿ ਵੇਦਾਂ ਤੇ ਦੂਜੀਆਂ ਪੁਸਤਕਾਂ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਹੀ ਪੜ੍ਹਨ ਨਾਲ ਜਿਹੜੇ ਕਿ ਫਲ ਪ੍ਰਾਪਤ ਹੁੰਦਾ, ਭਾਵ ਕਿ ਪਹਿਲਾਂ ਹੀ ਵਿਚਾਰ ਸੀ। ਪਰੰਤੂ ਵਰਧਮਾਨ ਮਹਾਵੀਰ ਨੇ ਤੇ ਐਵੇਂ ਹੀ ਮਹਾਤਮਾ ਬੁੱਧ ਨੇ ਇਸ ਚੀਜ਼ ਨੂੰ ਨਾ ਸਵੀਕਾਰਿਆ ਤੇ ਉਹਨਾਂ ਨੇ ਜਿਹੜੇ ਕਿ ਆਪਣੀ ਉਸ ਸਮੇਂ ਦੀ ਜਿਹੜੀ ਲੋਕਾਂ ਦੀ ਭਾਸ਼ਾ ਸੀ ਉਹਦੇ ਵਿੱਚ ਹੀ ਉਪਦੇਸ਼ ਦਿੱਤਾ ਤੇ ਲੋਕਾਂ ਸਾਹਮਣੇ ਇਹ ਉਦਾਹਰਨ ਪੇਸ਼ ਕੀਤੀ ਵੀ ਇਸ ਭਾਸ਼ਾ ਦੇ ਵਿੱਚ ਵੀ ਉਹਨਾਂ ਦੀ ਆਤਮਾ ਜਿਹੜੀ ਕਿ ਸ਼ੁੱਧ ਹੋ ਸਕਦੀ ਹੈ। ਪ੍ਰਕਿਰਤ ਭਾਸ਼ਾ ਅਪਣਾਈ ਸੀ ਵਰਧਮਾਨ ਮਹਾਵੀਰ ਨੇ ਤੇ ਪਾਲੀ ਭਾਸ਼ਾ ਅਪਣਾਈ ਸੀ ਮਹਾਤਮਾ ਬੁੱਧ ਨੇ। ਮਹਾਤਮਾ ਬੁੱਧ ਨੇ ਪਾਲੀ ਭਾਸ਼ਾ ਦੇ ਵਿੱਚ ਉਪਦੇਸ਼ ਦਿੱਤੇ ਸੀ। ਸੋ ਇਹ ਸੀ ਤਾਂ ਜਿਹੜੇ ਕਿ ਸਿੱਖਿਆਵਾਂ। ਆਈ ਰਿਪੀਟ, ਹੁਣ ਮੈਂ ਮਹਾਤਮਾ ਬੁੱਧ ਦੇ ਫਿਰ ਤੋਂ ਪੁਆਇੰਟ ਰਿਪੀਟ ਕਰਦੀ ਹਾਂ। ਬੁੱਧ ਧਰਮ ਦੀਆਂ ਸਿੱਖਿਆਵਾਂ ਪਹਿਲਾਂ ਕੀ ਸੀ? ਚਾਰ ਮੂਲ ਸਚਾਈਆਂ, ਫਿਰ ਅਸ਼ਟ ਮਾਰਗ ਸੀ, 3rd ਸੀ ਅਹਿੰਸਾ, 4th ਸੀ ਜਿਹੜੇ ਕਿ ਕਰਮ ਸਿਧਾਂਤ, 5th ਸੀ ਭਰਾਤਰੀ ਭਾਵ, 6th ਨੈਤਿਕਤਾ, 7th ਆਤਮਦੀਪ। ਠੀਕ ਹੈ, ਤੇ 8 ਨੰਬਰ ਸੀ ਨਿਰਵਾਣ, ਤੇ ਨੰਬਰ 9 ਈਸ਼ਵਰ ਤੇ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਅਵਿਸ਼ਵਾਸ, ਤਪੱਸਿਆ ਵਿੱਚ ਅਵਿਸ਼ਵਾਸ। 10 ਨੰਬਰ 11 ਜਾਤੀ ਪ੍ਰਥਾ ਵਿੱਚ ਅਵਿਸ਼ਵਾਸ, ਨੰਬਰ 12 ਵੇਦਾਂ ਵਿੱਚ ਅਵਿਸ਼ਵਾਸ, ਤੇ ਨੰਬਰ 13 ਜੱਗਾਂ ਦੇ ਮੰਤਰਾਂ ਵਿੱਚ ਉਚਾਰਨ ਵਿੱਚ ਅਵਿਸ਼ਵਾਸ, ਅਤੇ 14 ਸੰਸਕ੍ਰਿਤ ਭਾਸ਼ਾ ਦੀ ਪਵਿੱਤਰਤਾ ਵਿੱਚ ਅਵਿਸ਼ਵਾਸ। ਪਹਿਲਾਂ ਆਪਣਾ ਜਦੋਂ ਆਪਾਂ ਸਭ ਤੋਂ ਫਸਟ ਕਾਊਂਟਿੰਗ ਕੀਤੀ ਸੀ ਜਦ ਇਹ ਪੁਆਇੰਟ ਰਹਿ ਗਿਆ ਸੀ। ਠੀਕ ਹੈ, 14 ਪੁਆਇੰਟ ਹੋ ਗਏ। ਸੋ ਇਹ ਸੀ ਤੁਹਾਡਾ ਕੁਐਸਚਨਸ ਜੈਨ ਤੇ ਬੁੱਧ ਧਰਮ ਦੀਆਂ ਸਿੱਖਿਆਵਾਂ। ਥੈਂਕਸ।